स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और रिंदरप्रीत जी। मैं दोनों ਨੂੰ जी आया आखना। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪੰਜਾਬੀਆਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਲੋਹੀਆਂ ਕੋਲੇ ਦੋ ਜਗ੍ਹਾ ਤੇ ਪਾੜ ਪੈਂਦਾ ਦਰਿਆ 'ਚ ਔਰ ਭਾਵੇਂ ਬਰਸਾਤ ਰੁਕੀ ਹੋਈ ਹੈ, ਲੇਕਿਨ ਅੱਜ ਜਿਵੇਂ ਬਹੁਤ ਤਿੱਖੀ ਧੁੱਪ ਚੜੀ ਹੈ, ਜਿੱਥੇ ਜਿੱਥੇ ਵੀ ਪਾਣੀ ਖੜਾ ਉੱਥੋਂ ਅਜੀਬ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਹੋਣਗੀਆਂ। ਔਰ ਜਿਹੜਾ ਪਾਣੀ ਪਿੱਛੋਂ ਛੱਡਿਆ ਗਿਆ, ਪਿੱਛੋਂ ਚੱਲਿਆ ਹੋਇਆ ਪਾਣੀ ਆ, ਜਦੋਂ ਉਹ ਦਰਿਆਵਾਂ ਦੇ ਵਿੱਚ ਅੱਗੇ ਜਾਊਗਾ, ਐਂਡ ਤੱਕ ਜਾਊਗਾ, ਤੇ ਉਹ ਕਾਫੀ ਲੋਕਾਂ ਲਈ ਮੁਸ਼ਕਲ ਬਣਦਾ। ਵੈਸੇ ਆਪਾਂ ਸਿਆਸਤ ਤੇ ਆਉਂਦੇ ਆ, ਖਬਰਾਂ ਤੇ ਆਉਂਦੇ ਆ, ਤਾਂ ਅੱਜ ਦੀ ਖਬਰ ਮੈਂ ਦੋ ਸੀਨ ਤੁਹਾਡੇ ਨਾਲ ਸ਼ੇਅਰ ਕਰੂੰਗਾ। ਵੈਸੇ ਸਿਆਸਤ ਵਿੱਚ ਸਮੇਂ-ਸਮੇਂ ਤੇ ਸੀਨ ਬਦਲਦੇ ਰਹਿੰਦੇ ਆ। ਤੁਹਾਨੂੰ ਯਾਦ ਹੋਣਾ, ਸੁਨੀਲ ਜਾਖੜ ਨੂੰ ਲਗਭਗ 1.5 ਸਾਲ ਪਹਿਲਾਂ ਕਾਂਗਰਸੀਆਂ ਨੇ ਸੱਤਾ 'ਚੋਂ ਬੇਦਖਲ ਕਰਤਾ ਸੀ ਔਰ ਉਹ ਸਿਆਸਤ ਹੀ ਛੱਡ ਗਏ ਸੀ, ਇੰਨੇ ਬੇਦਮ ਹੋ ਗਏ ਸੀ। ਪਰ ਅੱਜ ਸੁਨੀਲ ਜਾਖੜ ਇੱਕ ਵਾਰੀ ਫਿਰ ਸੱਤਾ ਦੇ ਨਾਲ ਤੁਰਨ ਜਾ ਰਹੇ ਨੇ। ਅੱਜ ਉਹ ਆਪਣਾ ਕਾਰਜਭਾਰ ਸੰਭਾਲ ਲੈਣਗੇ। ਦੂਜੇ ਬੰਨੇ ਕਾਂਗਰਸੀ ਜਿਹੜੇ ਸੱਤਾ 'ਚ ਸੀ, ਉਹ ਸੱਤਾ 'ਚੋਂ ਲੋਕਾਂ ਨੇ ਬੇਦਖਲ ਕਰਤੇ ਔਰ ਕੱਲ ਉਹ ਆਪਣੇ ਇੱਕ ਡਿਪਟੀ ਸੀਐਮ ਦੇ ਨਾਲ ਖੜੇ ਫੋਟੋ ਦੇ ਵਿੱਚ ਸੱਤਾ ਦੇ ਦੁੱਖ ਝੇਲ ਰਹੇ ਸੀਗੇ। ਦੂਜਾ ਸਵਾਲ ਵੀ ਬਹੁਤ ਅਹਿਮ ਆ। ਉਹ ਸਵਾਲ ਪਟਨਾ ਸਾਹਿਬ ਦੇ ਵਿੱਚ ਵਿਰੋਧੀ ਦਲਾਂ ਦੀ ਮੀਟਿੰਗ ਦਾ ਸੀ। ਭਾਜਪਾ ਦੇ ਖਿਲਾਫ ਬਣ ਰਹੇ ਮਹਾਜ ਦੇ ਪਹਿਲੇ ਦੌਰ ਦੀ ਮੀਟਿੰਗ ਪਟਨਾ ਸਾਹਿਬ 'ਚ ਹੋਈ ਸੀਗੀ ਔਰ ਉੱਥੇ ਉਮਰ ਅਬਦੁੱਲਾ ਨੇ ਇੱਕ ਵਿਅੰਗ ਕੇਜਰੀਵਾਲ ਵੱਲ ਕੀਤਾ ਸੀਗਾ ਕਿ ਅੱਜ ਤਾਂ ਆਰਡੀਨੈਂਸ ਦੇ ਉੱਤੇ ਤਕਲੀਫ 'ਚੋਂ ਜਿਸ ਦਿਨ ਧਾਰਾ 370 ਹਟਾਈ ਸੀ, ਤੁਸੀਂ ਤਾਂ ਦੂਜੇ ਬੰਨੇ ਖੜੇ ਨਜ਼ਰ ਆਉਂਦੇ ਸੀ। ਕਿੱਡਾ ਅਹਿਮ ਮੰਜ਼ਰ ਹੈ, ਕਿੱਡਾ ਅਹਿਮ ਦ੍ਰਿਸ਼ ਹੈ ਕਿ ਕੱਲ ਇਹਨਾਂ ਦੋ ਮਾਮਲਿਆਂ ਦੇ ਵਿੱਚ ਧਾਰਾ 370 ਔਰ ਆਰਡੀਨੈਂਸ ਜਿਹੜਾ ਦਿੱਲੀ ਦੇ ਵਿੱਚ ਸਰਵਿਸਿਜ਼ ਨੂੰ ਲੈ ਕੇ ਕੇਂਦਰ ਗਵਰਨਮੈਂਟ ਨੇ ਲਿਆਂਦਾ ਹੈ, ਉਹਨਾਂ ਦੋਨਾਂ ਤੇ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ। ਔਰ ਬੜੇ ਦਿਲਚਸਪ ਤੱਥ ਨੇ। ਅੱਜ ਸ਼੍ਰੀਨਗਰ ਦੀ ਸਥਿਤੀ ਲਗਭਗ ਸਾਰੇ ਦੇਸ਼ 'ਚੋਂ ਸੈਲਾਨੀ ਜਾ ਰਹੇ ਨੇ। ਸਰਕਾਰ ਕਹਿ ਰਹੀ ਹੈ ਕਿ ਹੁਣ ਉੱਥੇ ਪੀਸ ਆ, ਸ਼ਾਂਤੀ ਆ, ਪਰ ਉੱਥੋਂ ਦੇ ਲੋਕਾਂ ਨੂੰ ਅੱਜ ਤੱਕ ਕਿਸੇ ਨੇ ਪੁੱਛਿਆ ਕਿ ਉਹ ਕਿਵੇਂ ਸੋਚ ਰਹੇ ਆ, ਉਹਨਾਂ ਦਾ ਕਾਰ ਵਿਹਾਰ ਕਿਸ ਤਰੀਕੇ ਨਾਲ ਅਸਰਅੰਦਾਜ਼ ਹੋਇਆ। ਔਰ ਆਰਡੀਨੈਂਸ ਦੇ ਨਜ਼ਰੀਏ ਤੋਂ ਕੇਜਰੀਵਾਲ ਸਾਹਿਬ ਨੂੰ ਵੀ ਕੋਈ ਰਾਹਤ ਨਹੀਂ ਮਿਲੀ। ਇਸ ਸਵਾਲ ਨੂੰ ਅੱਗੇ ਵਧਾਉਂਦੇ ਆ। ਔਰ ਤੀਜਾ ਮਾਮਲਾ, ਜਿਹੜੀ ਕੇਂਦਰੀ ਕੈਬਨਿਟ ਹੈ, ਉਹਦੇ ਵਿੱਚ ਉਹਦੇ ਨਵੇਂ ਭਾਈਵਾਲ ਸ਼ਾਮਲ ਹੋਣ ਜਾ ਰਹੇ ਆ। ਕੁਝ ਨਵੇਂ ਲੋਕਾਂ ਨੂੰ ਸਹੁੰ ਚੁਕਾਈ ਜਾਊਗੀ। ਯੂਪੀਏ ਤੇ ਐਨਡੀਏ ਦੋ ਧਿਰਾਂ ਪੂਰੇ ਯੁੱਧ ਵਿੱਚ ਨੇ। ਅਗਲੇ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਦੀ ਮੀਟਿੰਗ ਹੋਣ ਵਾਲੀ ਆ ਔਰ ਉਹਦੇ ਨਾਲ ਨਾਲ ਹੀ ਇੱਕ ਜਗ੍ਹਾ ਤੇ ਸ਼ਰਦ ਪਵਾਰ ਔਰ ਨਰਿੰਦਰ ਮੋਦੀ ਮੰਚ ਸਾਂਝਾ ਕਰਨ ਵਾਲੇ ਆ। ਕੁਝ ਵੀ ਹੋ ਸਕਦਾ ਪੋਲਿਟਿਕਸ ਵਿੱਚ, ਕੁਝ ਵੀ ਸੰਭਵ ਹੁੰਦਾ ਹੈ। ਭਾਸਕਰ ਸਾਹਿਬ, ਜੇ ਮੈਂ ਭਾਸ਼ਣ ਤੇ ਨਾ ਜਾਵਾਂ ਤੇ ਪਾਣੀਆਂ ਦੇ ਨਾਂ ਤੇ ਵਸਿਆ ਇਹ ਪ੍ਰਦੇਸ਼ ਪਾਣੀ ਨੂੰ ਨਹੀਂ ਸਾਂਭ ਪਾ ਰਿਹਾ। ਖੈਰ, ਮੈਂ ਕਿਉਂਕਿ ਤੁਸੀਂ ਲੋਕ ਸੰਪਰਕ ਅਧਿਕਾਰੀ ਨਾਲ ਸੰਪਰਕ ਵਿੱਚ ਸੀਗੇ ਜਲੰਧਰ, ਔਰ ਜਲੰਧਰ ਦੇ ਕੋਲ ਲੋਹੀਆਂ ਦੇ ਨੇੜੇ ਜਿਹੜਾ ਇਹ ਨਵਾਂ ਹਾਦਸਾ ਵਾਪਰਿਆ, ਜਿੱਥੇ ਇਹ ਪਾੜ ਪਿਆ, ਇਹ ਬੰਨ ਟੁੱਟਿਆ, ਇਹਦਾ ਘੇਰਾ ਕਿੰਨਾ ਕੁ ਹੈ, ਇਹ ਕਿੰਨਾ ਕੁ ਨੁਕਸਾਨ ਕਰੂਗਾ? ਵੈਸੇ ਮੁੱਢਲੇ ਤੌਰ ਤੇ ਜਿਹੜੀ ਪ੍ਰਸ਼ਾਸਨ ਤੋਂ ਜਾਣਕਾਰੀ ਭਾਸਕਰ ਸਾਹਿਬ ਤੁਹਾਨੂੰ ਮਿਲੀ ਹੈ, ਉਹ ਕੀ ਹੈ? ਇਹ ਪਹਾੜ ਦੋ ਜਗ੍ਹਾ ਪਿਆ ਹੈ, ਯਾਨੀ ਦੋ ਜਗ੍ਹਾ ਬ੍ਰੀਚ ਹੋਇਆ ਔਰ ਉਹਦੇ ਤੋਂ 60 ਤੋਂ ਵੱਧ ਪਿੰਡ ਅਫੈਕਟ ਹੋਣ ਵਾਲੇ ਨੇ। ਫਿਲਹਾਲ 15 ਫੁੱਟ ਤੱਕ ਦਾ ਪਾਣੀ ਇਨੀਸ਼ੀਅਲੀ ਦੇਖਿਆ ਜਾ ਰਿਹਾ ਜਦ ਤੋਂ ਇਹ ਬ੍ਰੀਚ ਹੋਇਆ, ਪਰ ਜਦੋਂ ਜਦੋਂ ਇਹ ਪਾਣੀ ਦੂਜੇ ਪਿੰਡਾਂ ਦੇ ਵਿੱਚ ਤੁਰੇਗਾ, ਹਾਲਾਂਕਿ ਪਿੰਡਾਂ ਨੂੰ ਖਾਲੀ ਕਰਾ ਲਿਆ ਗਿਆ ਸੀ। ਡਿਪਟੀ ਕਮਿਸ਼ਨਰ ਤੋਂ ਲੈ ਕੇ ਸਾਡੇ ਜਿਹੜੇ ਨਵੇਂ ਇਲੈਕਟਡ ਐਮਪੀ ਸੁਸ਼ੀਲ ਰਿੰਕੂ, ਬਾਬਾ ਸੀਚਾਵਾਲ, ਰਾਜ ਸਭਾ ਦੇ ਮੈਂਬਰ, ਉਹ ਸਾਰੇ ਉੱਥੇ ਕੱਲ ਤੈਨਾਤ ਸੀਗੇ ਔਰ ਸਾਰੇ ਪਿੰਡਾਂ ਨੂੰ ਖਾਲੀ ਕਰਾ ਰਹੇ ਸੀਗੇ। ਪਰ ਉਸ ਤੋਂ ਬਾਵਜੂਦ ਪਸ਼ੂਆਂ ਨੂੰ ਪੱਠੇ ਦੀ ਗੱਲ ਜਾਂ ਸਾਰੀ ਚੀਜ਼ਾਂ ਦੀ ਗੱਲ, ਉਹ ਹਜੇ ਵੀ ਇੱਕ ਮੁਸੀਬਤ ਬਣੀ ਹੋਈ ਹੈ। ਹਾਲਾਂਕਿ ਜਾਨ ਦਾ ਨੁਕਸਾਨ ਘੱਟ ਹੋਣ ਦੀ ਸੰਭਾਵਨਾ ਤੇ ਹੈ, ਪਰ ਨਾਲ ਦੇ ਨਾਲ ਪਿੰਡਾਂ ਦੇ ਵਿੱਚ ਜਦ ਇੰਨੇ ਵੱਡੇ ਸਤਰ ਤੇ ਪਾਣੀ ਭਰ ਜਾਏਗਾ ਔਰ ਕੁਝ ਲੋਕ ਹਜੇ ਵੀ ਅਗਰ ਉੱਥੇ ਫਸੇ ਹੋ ਸਕਦੇ ਨੇ, ਤੇ ਇੱਕ ਵਾਰ ਹੋਰ ਐਨਡੀਆਰਐਫ ਨੂੰ ਮਸ਼ੱਕਤ ਕਰਨ ਦੀ ਲੋੜ ਹੈ ਔਰ ਕਰ ਰਹੀ ਵੀ ਹੈ। ਐਨਡੀਆਰਐਫ ਐਡਵਾਂਸ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਤੈਨਾਤ ਸੀਗੀ। ਉਹ ਹੁਣ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ, ਰੈਸਕਿਊ ਆਪਰੇਸ਼ਨ, ਕਿ ਲੋਕਾਂ ਨੂੰ ਬਚਾ ਕੇ ਉਸ ਸੇਫ ਜਗ੍ਹਾ ਤੇ ਲੈ ਕੇ ਜਾਇਆ ਜਾਏ। ਪਰ ਇਹ ਸਾਰੀ ਸਥਿਤੀ ਸਿਰਫ ਪੰਜਾਬ ਦੇ ਵਿੱਚ ਨਹੀਂ, ਕਿਉਂਕਿ ਜਦ ਪੰਜਾਬ ਦੇ ਵਿੱਚ ਅਸੀਂ ਹਿਮਾਚਲ ਦੀ ਕੱਲ ਤਸਵੀਰਾਂ ਦੇਖ ਰਹੇ ਸੀ ਤੇ ਡਰ ਸਾਨੂੰ ਲੱਗ ਰਿਹਾ ਸੀਗਾ, ਕਿਉਂਕਿ ਹਿਮਾਚਲ ਤੋਂ ਪਾਣੀ ਇੱਥੇ ਆਏਗਾ। ਕੱਲ ਰਾਤੀ 9 ਵਜੇ ਤੱਕ ਪਾਣੀ ਆਉਣ ਦੀ ਸੰਭਾਵਨਾ ਸੀਗੀ ਔਰ 1 ਵਜੇ ਦੇ ਕਰੀਬ ਇਹ ਜਿਹੜਾ ਬ੍ਰੀਚ ਹੈ ਲੋਹੀਆਂ ਸ਼ਾਹਕੋਟ ਦੇ ਵਿੱਚ, ਉਹ ਹੋਇਆ। ਔਰ ਇਸ ਤੋਂ ਇਲਾਵਾ ਦਿੱਲੀ ਦੀ ਕੁਝ ਤਸਵੀਰਾਂ ਵੀ ਕੱਲ ਨਸ਼ਰ ਹੋਈ, ਉਹਨੂੰ ਦੇਖ ਕੇ ਵੀ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਵੀ ਭਾਵੇਂ ਉੱਥੇ ਹਿਮਾਚਲ ਦਾ ਪਾਣੀ ਤੇ ਨਹੀਂ ਜਾ ਰਿਹਾ, ਲੇਕਿਨ ਬਾਰਿਸ਼ ਨੇ ਹੀ ਇੰਨਾ ਕਹਿਰ ਮਚਾਇਆ ਹੋਇਆ ਹੈ ਕਿ ਰੋਹਨੀ ਦੇ ਇੱਕ ਵੱਡੀ ਚੌੜੀ ਰੋਡ ਦੇ ਵਿੱਚੋਂ ਵਿੱਚ ਇੰਨਾ ਵੱਡਾ ਖੱਡਾ ਹੋ ਗਿਆ ਸੀਗਾ ਕਿ ਉਹਦੇ ਵਿੱਚ ਅਗਰ ਕੋਈ ਗਿਰ ਜਾਂਦਾ ਜਾਂ ਉਹਦੇ ਉੱਤੇ ਕੋਈ ਗੱਡੀ ਜਾ ਰਹੀ ਹੁੰਦੀ ਤੇ ਬੜਾ ਇੱਕ ਵੱਡਾ ਨੁਕਸਾਨ ਹੋ ਸਕਦਾ ਸੀ। ਇਹ ਪੂਰੇ ਉੱਤਰ ਭਾਰਤ ਦੇ ਵਿੱਚ ਬਾੜ ਦੀ, ਹੜ੍ਹ ਦੀ ਸਥਿਤੀ ਬਣੀ ਹੋਈ। ਪਾਣੀ ਜਿਹੜਾ ਜੀਵਨ ਧਾਰਾ ਹੈ, ਕਿਸੇ ਵੇਲੇ
ਖੌਫਨਾਕ ਮੰਜ਼ਰ ਸਿਰ ਜਾਂਦਾ, ਕਿਵੇਂ ਲਈਏ? ਰੰਧਾਵਾ ਸਾਹਿਬ ਦੇਖੋ, ਇਸ ਗੱਲ ਦਾ ਤਾਂ ਗੁਮਾਨ ਪਹਿਲਾਂ ਹੀ ਸੀਗਾ, ਕਿਉਂਕਿ ਜਦੋਂ ਦਰਿਆ ਉੱਪਰ ਜਿਹੜਾ ਪਹਾੜਾਂ ਦੇ ਉੱਪਰੋਂ ਪਾਣੀ ਛੱਡਿਆ ਜਾ ਰਿਹਾ, ਡੈਮਾਂ ਤੋਂ ਪਾਣੀ ਰਿਲੀਜ਼ ਹੋ ਰਿਹਾ, ਤੇ ਥੱਲੇ ਵੀ ਉਨੀ ਤੇਜ਼ ਬਰਸਾਤ ਹੋ ਰਹੀ ਹੈ। ਤੁਸੀਂ ਦੇਖੋ ਇੱਕ ਇੱਕ ਦਿਨ ਚ 200 ਸੈਂਟੀਮੀਟਰ ਮਿਲੀਮੀਟਰ ਤੋਂ ਉੱਪਰ ਬਰਸਾਤ ਹੋ ਰਹੀ ਹੈ ਸਾਰੇ ਕਿਤੇ। ਲਗਭਗ ਆ ਜਿਹੜੀ ਕੰਡੀ ਬੈਲਟ ਹੈ, ਇਹ ਸਾਰੀ ਦੀ ਸਾਰੀ ਜਿਹੜੀ ਹੈ ਮੋਹਾਲੀ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਬਹੁਤ ਤੇਜ਼ ਬਰਸਾਤ ਹੋ ਰਹੀ ਹੈ ਇੱਥੇ, ਤੇ ਉਹ ਪਾਣੀ ਵੀ ਇਕੱਠਾ ਹੋਣਾ ਤੇ ਪਿੱਛੋਂ ਵੀ ਜਿਹੜਾ ਹਿਮਾਚਲ 'ਚ ਉਸ ਤੋਂ ਜ਼ਿਆਦਾ ਬਰਸਾਤ ਹੋ ਰਹੀ ਹੈ। ਉਹ ਸਾਰਾ ਪਾਣੀ ਜਦੋਂ ਮਿਲ ਕੇ ਇਹਨਾਂ ਦਰਿਆਵਾਂ ਦੇ ਵਿੱਚ ਜਾ ਰਿਹਾ ਤੇ ਉਹ ਦਰਿਆ ਜਦੋਂ ਕਿੱਥੇ ਐਂਡ ਤੱਕ ਪਹੁੰਚਣੇ ਨੇ, ਉਸ 'ਚ ਇਹ ਡਰ ਸੀਗਾ ਹੀ, ਪ੍ਰਸ਼ਾਸਨ ਨੂੰ ਵੀ ਪਹਿਲਾਂ ਹੀ ਡਰ ਸੀ। ਇਸ ਕਰਕੇ BBMB ਨੇ ਵੀ ਔਰ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਵੀ ਪਹਿਲਾਂ ਤੋਂ ਹੀ ਜਿਹੜਾ ਹੈਗਾ ਇੱਕ ਅਲਰਟ ਸਾਰਿਆਂ ਨੂੰ ਜਾਰੀ ਕੀਤਾ ਹੋਇਆ ਸੀ ਵੀ ਤੁਸੀਂ ਧਿਆਨ ਰੱਖੋ, ਖਾਸ ਤੌਰ ਤੇ ਤੁਸੀਂ ਬੰਦ ਜਿੱਥੇ ਹੈਗੇ ਨੇ ਉਹਨਾਂ ਦਾ ਖਿਆਲ ਰੱਖੋ। ਇਹ ਜਿਹੜਾ ਜਿੱਥੇ ਲੋਹੀਆਂ ਖਾਸ ਕੋਲੇ ਹੁਣ ਚੰਨਾ ਪਿੰਡ ਹੈ, ਉੱਥੇ ਜਿੱਥੇ ਪਿਆ ਹੈਗਾ, ਉੱਥੇ ਹੀ 2019 ਚ ਵੀ ਪਿਆ ਸੀਗਾ। ਵੱਡਾ ਪਹਾੜ ਹੈ, ਮੈਂ ਜਿਹੜੀਆਂ ਫੋਟੋਜ਼ ਆ ਰਹੀਆਂ ਨੇ ਮੈਂ ਦੇਖੀਆਂ ਨੇ, ਬਹੁਤ ਬੜਾ ਪਹਾੜ ਹੈ। ਔਰ ਕਿਉਂਕਿ ਇਸ ਟਾਈਮ ਦਰਿਆ 'ਚ 3 ਲੱਖ ਕਿਊਸਿਕ ਤੋਂ ਉੱਪਰ ਪਾਣੀ ਹੈ, ਔਰ ਉਹਦਾ ਤੁਸੀਂ ਪ੍ਰੈਸ਼ਰ ਆਪਣੇ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨਾ ਤੇਜ਼ ਪ੍ਰੈਸ਼ਰ ਹੋਏਗਾ ਉਹਦਾ। ਔਰ ਜਿੱਥੇ ਇੱਕ ਪਹਾੜ ਪੈ ਜਾਂਦਾ ਹੈ, ਉੱਥੇ ਫਿਰ ਪਾਣੀ ਬਹੁਤ ਤੇਜ਼ੀ ਨਾਲ ਅੰਦਰ ਜਾਂਦਾ ਹੈ ਪਿੰਡਾਂ ਦੇ ਵਿੱਚ। ਤੇ ਹੁਣ ਕਹਿ ਰਿਹਾ ਵੀ 30-40 ਪਿੰਡ ਮਤਲਬ ਜਿਹੜੇ ਹੈਗੇ ਨੇ ਇਸ ਦੇ ਉੱਤੇ ਬਣੇ ਹੋਏ ਨੇ, ਉਹਨਾਂ ਸਾਰੇ ਖਤਰੇ 'ਚ ਨੇ, ਕਿਉਂਕਿ ਆਲਰੇਡੀ ਉਹਨਾਂ ਪਿੰਡਾਂ 'ਚ ਪਹਿਲਾਂ ਤੋਂ ਹੀ ਪਾਣੀ ਹੈ। ਸੋ ਦਿੱਕਤ ਹੁਣ ਵੱਧ ਗਈ ਹੈ। ਦੂਜੇ ਪਾਸੇ ਜਿੱਥੇ ਜਿੱਥੇ ਬਾਰਿਸ਼ਾਂ ਰੁਕ ਗਈਆਂ ਨੇ, ਚੰਡੀਗੜ੍ਹ ਖਾਸ ਤੌਰ ਤੇ, ਬਾਕੀ ਜਿਹੜੇ ਹੋਰ ਨੇ, ਇਹਨਾਂ 'ਚ ਵੀ ਪ੍ਰੋਬਲਮ ਕ੍ਰੀਏਟ ਹੋ ਗਈ ਹੈ ਨਵੇਂ ਸਿਰੇ ਦੀ। ਉਹ ਹੋ ਗਈ ਹੈ ਪਾਣੀ ਨੂੰ ਲੈ ਕੇ। ਪਾਣੀ ਇਹਨਾਂ ਸ਼ਹਿਰਾਂ ਦੇ ਵਿੱਚ ਖਤਮ ਜਿਹਾ ਹੀ ਹੋ ਗਿਆ, ਕਿਉਂਕਿ ਇੱਕੋ ਹੀ ਸੋਰਸ ਹੈ ਇਹ ਵੱਡਾ ਜਿਹੜਾ ਪਾਣੀ ਦਾ, ਤਾਂ ਉਹ ਕਜੌਲੀ ਵਾਟਰ ਵਰਕਸ ਤੋਂ ਆਉਂਦਾ ਹੈ। ਉਹ ਦੋਨੋਂ ਦਾ ਜਿਹੜੇ ਵੱਡੇ ਪਾਈਪ ਨੇ ਉਹ ਡੈਮੇਜ ਹੋ ਚੁੱਕੇ ਆ ਬੁਰੀ ਤਰ੍ਹਾਂ। ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਅੱਜ ਪਾਣੀ ਨਹੀਂ ਹੈ, ਜਿਹੜਾ ਟਿਊਬਵੈੱਲਾਂ ਰਾਹੀਂ ਹੀ ਸਪਲਾਈ ਹੋਏਗੀ। ਪ੍ਰਸ਼ਾਸਨ ਕੱਲ ਪਰਸੋਂ ਤੋਂ ਲਗਾਤਾਰ ਮਤਲਬ ਅਲਰਟ ਕਰ ਰਿਹਾ ਹੈ ਕਿ ਬਈ ਪਾਣੀ ਬਹੁਤ ਸੰਯਮ ਨਾਲ ਵਰਤੋ, ਅਦਰਵਾਈਜ਼ ਪਾਣੀ ਦੀ ਬਹੁਤ ਕਿੱਲਤ ਹੈਗੀ। ਔਰ ਮੈਂ ਦੇਖ ਰਿਹਾ ਅੱਜ ਉਹਦੀ ਸ਼ੁਰੂਆਤ ਹੋ ਗਈ ਹੈ। ਕੱਲ ਤੱਕ ਤਾਂ ਪਾਣੀ ਦੀ ਸਪਲਾਈ ਠੀਕ ਸੀ, ਲੇਕਿਨ ਅੱਜ ਪਾਣੀ ਬਹੁਤ ਜ਼ਿਆਦਾ ਘੱਟ ਆ ਰਿਹਾ ਘਰਾਂ ਦੇ ਵਿੱਚ। ਦੇਖੋ ਇਹਦੇ ਨਾਲ ਮੋਹਾਲੀ, ਪੰਚਕੂਲਾ, ਚੰਡੀਗੜ੍ਹ, ਇਹਦੇ ਜਿਹੜਾ ਖਰੜ, ਇਹ ਸਾਰੇ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਪਾਣੀ, ਖਾਸ ਤੌਰ ਤੇ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਹੋਣ ਵਾਲੀ ਹੈ। ਇਹ ਵੈਸੇ ਸੀਨ ਬੜਾ ਅਜੀਬੋ-ਗਰੀਬ ਹੈ। ਅੱਜ ਜਾਖੜ ਸਾਹਿਬ ਨੇ ਆਪਣਾ ਅਹੁਦਾ ਗ੍ਰਹਿਣ ਕਰ ਲੈਣਾ ਔਰ ਬੜੇ ਤਾਮ-ਝਾਮ ਨਾਲ ਇਹ ਗ੍ਰਹਿਣ ਕੀਤਾ ਜਾਣਾ। ਪੂਰੇ ਪ੍ਰਦੇਸ਼ ਦੇ ਵਿੱਚੋਂ ਵਰਕਰ, ਲੀਡਰ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਪਹੁੰਚ ਰਹੇ ਆ, ਔਰ ਦੂਜੇ ਬੰਨੇ ਕੇਂਦਰੀ ਲੀਡਰਸ਼ਿਪ ਦੇ ਵਿੱਚੋਂ ਵੀ ਪੰਜਾਬ ਦੇ ਮਾਮਲਿਆਂ ਨੂੰ ਦੇਖਣ ਵਾਲੇ ਲੋਕ ਹੋਣਗੇ, ਮੌਜੂਦ ਹੋਣਗੇ। ਸੁਨੀਲ ਜਾਖੜ ਜਿਹੜੇ ਕਾਂਗਰਸ ਦੇ ਪ੍ਰਧਾਨ ਰਹੇ ਔਰ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਨੇੜਤਾ 'ਚ ਵੀ ਰਹੇ। ਹੁਣ ਇਹੀ ਸੁਨੀਲ ਜਾਖੜ ਜਦੋਂ ਸੱਤਾ ਪਰਿਵਰਤਨ ਹੁੰਦਾ ਪੰਜਾਬ ਦੇ ਵਿੱਚ, ਉਦੋਂ ਚੰਨੀ ਦੇ ਹੱਥੋਂ ਮਾਤ ਖਾ ਜਾਂਦੇ ਆ। ਹੁਣ ਦੇਖੋ, ਜਿਨ੍ਹਾਂ ਨੇ ਸੱਤਾ ਤੋਂ ਬੇਦਖਲ ਕੀਤਾ ਸੀ ਉਹ ਸੱਤਾ 'ਚੋਂ ਬੇਦਖਲ ਵੀ ਹੋਏ, ਔਰ ਕੱਲ OP ਸੋਨੀ ਦੇ ਕੋਲ ਖੜੇ ਰਾਜਾ ਵੜਿੰਗ, ਉਸ ਪਾਰਟੀ ਦੇ ਪ੍ਰਧਾਨ, ਤੇ LOP ਦੋਨੇ ਜਾਣੇ ਸੱਤਾ ਦੀ ਤਕਲੀਫ ਚੱਲ ਰਹੇ ਸੀਗੇ, ਤੇ ਦੂਜੇ ਬੰਨੇ ਸੱਤਾ 'ਚੋਂ ਬੇਦਖਲ ਕੀਤੇ ਸੁਨੀਲ ਜਾਖੜ ਵਾਪਸ ਆ ਕੇ ਸੱਤਾ ਦੀ ਬੈਕ ਨਾਲ ਪੰਜਾਬ ਨੂੰ ਟੇਕ ਓਵਰ ਕਰ ਰਹੇ ਆ। ਮੈਂ ਇਸ ਸੀਨ ਨੂੰ ਤੁਹਾਡੇ ਤੋਂ ਸਮਝਣਾ ਚਾਹੁੰਦਾ, ਜਿਹੜਾ ਸੋਨੀ ਸਾਹਿਬ ਦੇ ਹੱਥ ਕੰਬਣ ਵਾਲੀ ਖਬਰ ਇੱਕ ਹਿੰਦੀ ਦੀ ਅਖਬਾਰ ਨੇ ਲਾਈ ਆ ਕਿ ਜਦੋਂ ਰਿਮਾਂਡ ਦਿੱਤਾ ਜਾ ਰਿਹਾ ਸੀ ਉਹਨਾਂ ਦਾ, ਤੇ ਉਸੇ ਵੇਲੇ ਸੋਨੀ ਸਾਹਿਬ ਦੇ ਹੱਥ ਕੰਬ ਰਹੇ ਸੀ, ਤੇ ਉਸ ਤੋਂ ਬਾਅਦ ਉਹ ਹਸਪੀਟਲ 'ਚ ਜਾ ਕੇ ਮਿਲਦੇ ਨੇ, ਫੋਟੋ ਆਉਂਦੀ ਆ। ਇਹ ਸਾਰੀ ਸੀਨ ਨੂੰ ਇੱਕ ਵਾਰੀ ਬਣਾ ਕੇ ਦੱਸੋ। ਰੰਧਾਵਾ ਜੀ ਦੇਖੋ, ਇਹ ਹਮੇਸ਼ਾ ਹੀ ਹੁੰਦਾ। ਮੈਂ ਤਾਂ ਉਹ ਦਿਨ ਯਾਦ ਕਰ ਰਿਹਾ ਜਦੋਂ ਉਹ ਸਹੁੰ ਚੱਕ ਰਹੇ ਸੀ ਡਿਪਟੀ ਸੀਐਮ ਦੀ ਸਹੁੰ ਚੱਕਣ ਤੋਂ ਬਾਅਦ, ਜਦੋਂ ਉਹਨਾਂ ਕੋਲ ਡਿਫਰੈਂਟ ਮਿਨਿਸਟਰੀਆਂ ਬਣੀਆਂ ਸੀ, ਖਾਸ ਤੌਰ ਤੇ ਹੈਲਥ ਵਾਲੀ, ਉਦੋਂ 'ਚ ਜਦੋਂ ਫੋਨ ਕਰਦੇ ਹੁੰਦੇ ਸੀ ਤਾਂ ਸਾਰੇ ਕੰਬਣ ਲਾ ਦਿੰਦੇ ਸੀ ਡਾਕਟਰਾਂ ਨੂੰ ਵੀ। ਅੱਜ ਉਹੀ ਹਸਪਤਾਲਾਂ ਦੇ ਵਿੱਚ ਉਹ ਖੁਦ ਨੇ, ਤੇ ਉਹੀ ਡਾਕਟਰ ਉਹਨਾਂ ਦੀਆਂ ਨਬਜ਼ਾਂ ਦੇਖ ਰਹੇ ਤੇ ਇਹ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦੇ ਹੱਥ ਕੰਬ ਰਹੇ ਆ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਦੇਖੋ, ਇਹ ਸਮੇਂ ਦੀ ਖੇਲ ਹੈ। ਕਿਸੇ ਟਾਈਮ ਉਹ ਇਹ ਜਿਹੀ ਸਥਿਤੀ 'ਚ ਸੀ ਜਦੋਂ ਕਿਸੇ ਨੂੰ ਫੋਨ ਕਰਦੇ ਸੀ ਤਾਂ ਬੰਦੇ ਕੰਬਣ ਲੱਗ ਜਾਂਦੇ ਸੀ। ਅੱਜ ਕਿਤੋਂ ਹੋਰ ਫੋਨ ਆਇਆ ਤਾਂ ਉਹਨਾਂ ਦੇ ਹੱਥ ਕੰਬ ਰਹੇ ਹੈ। ਸੋ ਇਹਨੂੰ ਤੁਸੀਂ ਸਿਰਫ ਇਸੇ ਤਰ੍ਹਾਂ ਹੀ ਮਹਿਸੂਸ ਕਰ ਸਕਦੇ ਹੋ, ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ। ਅਦਰਵਾਈਜ਼ ਆਪਾਂ ਵੀ ਕਿਹੜਾ ਮਾਪਿਆ ਵੀ ਉਹਨਾਂ ਦੇ ਹੱਥ ਕਿੰਨੇ ਕੁ ਕੰਬ ਰਹੇ, ਕਿੰਨੇ ਉਹਨਾਂ ਦੀ ਹਾਰਟ ਬੀਟ ਕਿੰਨੀ ਵੱਧ ਗਈ ਹੈ। ਤੇ ਇਹ ਹੁੰਦਾ ਜਦੋਂ ਵੀ ਮੈਂ ਕਿਸੇ ਪੋਲੀਟੀਸ਼ੀਅਨ ਨੂੰ ਦੇਖਦਾ ਕਿ ਜਦੋਂ ਵਿਜੀਲੈਂਸ ਦਾ ਘੇਰਾ ਉਹਨਾਂ ਤੇ ਟਾਈਟ ਹੁੰਦਾ ਤੇ ਨਾਲ ਦੀ ਨਾਲ ਹਸਪੀਟਲਾਈਜ਼ਡ ਹੋ ਜਾਂਦੇ ਆ,
ਕੀ ਇਹ ਸੱਚਮੁੱਚ ਹੀ ਏਦਾਂ ਹੁੰਦਾ ਹੈ ਕਿ ਵੈਸੇ ਹੀ ਜਿਹੜਾ ਮਤਲਬ ਇੱਕ ਹੁੰਦਾ ਕਿ ਚਲੋ ਯਾਰ ਜੇਲ੍ਹ ਨਾਲੋਂ ਤਾਂ ਹਸਪੀਟਲ ਚੰਗਾ ਹੈ, ਇੱਥੇ ਸੇਵਾ ਚੰਗੀ ਹੋ ਜਾਂਦੀ ਹੈ, ਮਿਲਣ ਵਾਲੇ ਵੀ ਆ ਜਾਂਦੇ ਹੈ, ਕੋਈ ਇਸ ਤਰ੍ਹਾਂ ਦਾ ਹੁੰਦਾ ਹੈ। ਪਰ ਜਿਵੇਂ ਕਿਹਾ ਗਿਆ ਕਿ ਓਪੀ ਸੋਨੀ ਜਿਹੜੇ ਹੈਗੇ ਨੇ ਉਹ ਹਾਰਟ ਦੇ ਪੇਸ਼ੈਂਟ ਨੇ, ਇਸ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਹੈ। ਠੀਕ ਹੈ, ਚਲੋ ਮੈਡੀਕਲ ਤਾਂ ਕਿਸੇ ਨੂੰ ਵੀ ਜਿਹੜੀ ਸੁਵਿਧਾ ਉਹ ਦਿੱਤੀ ਜਾਣੀ ਚਾਹੀਦੀ ਹੈ। ਕੱਲ ਨੂੰ ਉਹਨਾਂ ਨੂੰ ਕੁਝ ਹੋ ਜਾਏ ਤਾਂ ਮੁਸੀਬਤ ਵਿਜੀਲੈਂਸ ਤੇ ਗੱਲ ਆ ਜਾਏਗੀ ਵੀ ਤੁਸੀਂ ਜ਼ਿਆਦਾ ਬੰਦੇ ਨੂੰ ਤੰਗ ਕੀਤਾ, ਇਸ ਕਰਕੇ ਇਹ ਹਾਲ ਹੋਇਆ। ਪਰ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਦੋ ਸੀਨ, ਇੱਕ ਤਾਂ ਇਹ, ਦੂਜਾ ਜਿਹੜਾ ਉਹ ਜਿਹੜੇ ਬੰਦੇ ਸੁਨੀਲ ਜਾਖੜ ਨੂੰ ਉਸ ਮੀਟਿੰਗ, ਇਹ ਵੀ ਸੋਨੀ ਸਾਹਿਬ ਵੀ ਉੱਥੇ ਹੀ ਸੀ ਜਿਸ ਟਾਈਮ ਉਹ ਮੀਟਿੰਗ ਹੋ ਰਹੀ ਸੀ, ਤਾਂ ਜਦੋਂ ਹਿੰਦੂ ਕਿਸੇ ਨੇਤਾ ਨੂੰ ਬਣਾਉਣ ਦੀ ਵਾਰੀ ਆਈ, ਸੁਨੀਲ ਜਾਖੜ ਨੂੰ 43 MLAs ਦਾ ਸਾਥ ਮਿਲਿਆ ਸੀਗਾ। ਫਿਰ ਵੀ ਇੱਕ ਅੰਬਿਕਾ ਸੋਨੀ ਦੀ ਇੱਕ ਸਟੇਟਮੈਂਟ ਕਰਕੇ, ਜਾਂ ਮੈਂ ਇਹ ਕਹੂੰਗਾ ਕਿ ਉਹ ਸਟੇਟਮੈਂਟ ਉਸ ਤੋਂ ਦਿਲਾਈ ਗਈ, ਜਦੋਂ ਇਹ ਅੰਦਰ ਬੈਠੇ ਹੀ ਲੋਕਾਂ ਨੇ ਫੋਨ ਕੀਤਾ ਅੰਬਿਕਾ ਸੋਨੀ ਨੂੰ ਤਾਂ ਇਹ ਸਟੇਟਮੈਂਟ ਦਿਲਾਈ ਗਈ। ਔਰ ਜਿਹੜੇ ਉਹਨਾਂ ਦੇ ਰਾਈਵਲ ਸੀਗੇ ਉਹਨਾਂ ਦੀ ਵਾਅਦਾ ਬਣ ਗਏ, ਔਰ ਉਹ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਮਿਲਦੇ ਮਿਲਦੇ ਉਹਨਾਂ ਨੂੰ ਰਹਿ ਗਈ। ਦੇਖੋ ਇਹ ਸਥਿਤੀ ਕਿਸੇ ਵੀ ਵਿਅਕਤੀ ਨੂੰ, ਸਟਰੋਂਗ ਤੋਂ ਸਟਰੋਂਗ ਮੈਨੂੰ ਲੱਗਦਾ ਹੈ ਲੀਡਰ ਨੂੰ ਵੀ ਬੇਦਮ ਕਰਨ ਲਈ ਬਹੁਤ ਬਹੁਤ ਜ਼ਿਆਦਾ ਉਹ ਹੁੰਦੀ ਹੈ ਵੀ ਇੱਕ ਯਾਰ ਕੁਰਸੀ ਮਿਲੀ ਹੋਈ ਹੱਥੋਂ ਨਿਕਲ ਗਈ। ਠੀਕ ਹੈ, ਤੇ ਅੱਜ ਉਹੀ ਸੁਨੀਲ ਜਾਖੜ ਜਿਹੜੇ ਹੈਗੇ ਆ ਉਹ ਕਿਸੇ ਦੂਜੀ ਪਾਰਟੀ ਦੇ ਵਿੱਚ ਜਾ ਕੇ ਸਟੇਟ ਦੇ ਪ੍ਰਧਾਨ ਬਣੇ ਨੇ। ਉਹ ਪਾਰਟੀ ਜਿਹੜੀ ਪਿਛਲੇ 10 ਸਾਲਾਂ ਤੋਂ ਸੈਂਟਰ ਦੇ ਵਿੱਚ ਰਾਜ ਕਰ ਰਹੀ ਹੈ ਤੇ ਬਹੁਤ ਸਾਰੇ ਲੋਕ ਉਸ ਪਾਰਟੀ 'ਚ ਸ਼ਾਮਲ ਹੋਣ ਲਈ ਲਲਾਇਤ ਹੋਏ ਪਏ ਨੇ। ਤੇ ਮੈਂ ਸੋਚ ਰਿਹਾ ਵੀ ਅੱਜ ਦਾ ਸੀਨ ਕਿੰਨਾ ਕਮਾਲ ਦਾ ਹੈ। ਇੱਕ ਪਾਸੇ ਸੁਨੀਲ ਜਾਖੜ ਉਹ 11 ਵਜੇ ਆਪਣਾ ਪਦਭਾਰ ਗ੍ਰਹਿਣ ਕਰਨਗੇ, ਦੂਸਰੇ ਪਾਸੇ ਉਹ ਲੋਕ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਰਾਜਾ ਵੜਿੰਗ ਹੋਣ, ਚਾਹੇ ਹੋਰ ਜਿਹੜੇ ਵੀ ਲੋਕ ਅੱਜ ਸੱਤਾ ਤੋਂ ਬਾਹਰ ਹੋ ਕੇ ਉਸ ਸਥਿਤੀ ਨੂੰ ਸੋਚ ਰਹੇ ਹੋਣੇ ਵੀ ਯਾਰ ਅਸੀਂ ਵੀ ਤਾਂ ਬਣ ਸਕਦੇ ਸੀਗੇ, ਅਸੀਂ ਤਾਂ ਸੱਤਾ ਤੋਂ ਬਾਹਰ ਹੋ ਗਏ ਤੇ ਜਿਹੜੇ ਲੋਕਾਂ ਨੂੰ ਅਸੀਂ ਬਾਹਰ ਕੀਤਾ ਸੀ ਉਹ ਫਿਰ ਇਨਡਾਇਰੈਕਟਲੀ ਇੱਕ ਤਰ੍ਹਾਂ ਨਾਲ ਅੰਦਰ ਆ ਗਏ ਹੈ। ਸੋ ਬਹੁਤ ਖੂਬਸੂਰਤ ਸੀਨ ਨੇ ਇਹ ਆ ਪੰਜਾਬ ਦੀ ਰਾਜਨੀਤੀ ਦੇ ਦੋ। ਬਾਕੀ ਇਹਦੇ ਚ ਨਿਕਲਣਾ ਤਾਂ ਕੁਝ ਨਹੀਂ ਹੈ, ਲੇਕਿਨ ਤੁਸੀਂ ਸਵਾਦ ਬਹੁਤ ਲੈ ਸਕਦੇ ਹੋ ਇਹਨਾਂ ਦੋਨੋਂ ਸੀਨਸ ਦਾ। ਜਿੱਥੇ ਤੱਕ ਪੂਰੀ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਓਪੀ ਸੋਨੀ ਉਹਨਾਂ ਮੇਰੇ ਖਿਆਲ ਨਾਲ 5 ਤੋਂ ਵੱਧ ਵਾਰ ਉਹ ਵਿਜੀਲੈਂਸ ਬਿਊਰੋ ਦੇ ਪੁੱਛਗਿੱਛ ਦੇ ਵਿੱਚ ਸ਼ਾਮਿਲ ਹੋ ਚੁੱਕੇ ਸੀ, ਔਰ ਉਹ ਪਰਫਾਰਮੇ ਓਪੀ ਸੋਨੀ ਉਹਨਾਂ ਨੇ ਆਪ ਖੁਦ ਵਿਜੀਲੈਂਸ ਨੂੰ ਦਿੱਤੇ ਸੀ। ਉਹਦਾ ਹੀ ਹਿਸਾਬ ਕਿਤਾਬ ਲਗਾਉਂਦੇ ਹੋਏ 7 ਕਰੋੜ ਤੋਂ ਵੱਧ ਦੇ ਜਦੋਂ ਡੀਏ ਦਾ ਕੇਸ ਜਿਹੜਾ ਪਾਇਆ ਡਿਸਪ੍ਰੋਪੋਰਸ਼ਨੇਟ ਐਸੈਟ ਦਾ, ਉਸ ਬੇਸ ਤੇ ਹੀ ਪਾਇਆ। ਇਸ ਮੁੱਦੇ ਦੇ ਉੱਤੇ ਓਪੀ ਸੋਨੀ ਉਹਨਾਂ ਨੇ ਹਜੇ ਤੱਕ ਕੁਝ ਨਹੀਂ ਬੋਲਿਆ ਕਿ ਮੇਰੇ ਉੱਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਗਲਤ ਲਾਏ ਗਏ ਨੇ, ਉਹ ਗੱਲਾਂ ਤੇ ਕੋਰਟਾਂ ਦੇ ਵਿੱਚ ਹੋਣਗੀਆਂ। ਪਰ ਉਹਨਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਹ ਖਾਸ ਕਰਕੇ ਰਾਜਾ ਵੜਿੰਗ ਉਹਨਾਂ ਦਾ ਜਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਹਸਪੀਟਲ ਜਾ ਕੇ ਉਹਨਾਂ ਦਾ ਹਾਲ ਪੁੱਛਣਾ ਉਹ ਤੇ ਬਣਦਾ ਹੈ। ਹੁਣ ਉਹਨਾਂ ਦੇ ਕਦੀ ਪ੍ਰਧਾਨ ਜਿਹੜੇ ਰਹਿੰਦੇ ਸੀਗੇ ਜਾਂ ਪ੍ਰਧਾਨ ਹੁੰਦੇ ਸੀਗੇ ਜਾਖੜ ਸਾਹਿਬ, ਉਹ ਦੂਜੇ ਪਾਸੇ ਅੱਜ 11 ਤਰੀਕ ਨੂੰ 11 ਵਜੇ ਉਹ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਸਹੁੰ ਚੱਕਣਗੇ। ਸੀਨ ਕਿੱਦਾਂ ਦਾ ਹੋਏਗਾ? ਉਸ ਫਰੇਮ ਦੇ ਵਿੱਚ ਕੌਣ ਹੋਏਗਾ? ਬੀਜੇਪੀ ਦੀ ਉਹ ਆਪਣੀ ਨਵੀਂ ਟੀਮ ਸੂਬੇ ਦੀ ਉਹ ਬਣਾਉਣ ਜਾ ਰਹੇ ਨੇ, ਉਸ ਟੀਮ ਦੇ ਵਿੱਚ ਕਿਹਨੂੰ ਜਗ੍ਹਾ ਮਿਲੇਗੀ? ਕੌਣ ਜ਼ਬਰਦਸਤੀ ਉਸ ਫਰੇਮ ਦੇ ਵਿੱਚ ਘੁਸਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਮੇਰਾ ਨੰਬਰ ਲੱਗ ਜਾਏ? ਹੁਣ ਅਸ਼ਵਨੀ ਸ਼ਰਮਾ ਉਹਨਾਂ ਦੇ ਉੱਤੇ ਬੀਜੇਪੀ ਦੇ ਹੀ ਬਹੁਤ ਸਾਰੇ ਆਗੂਆਂ ਨੇ ਆਪਣੇ ਚਹੇਤਿਆਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਿਲ ਕਰਨ ਦੇ ਆਰੋਪ ਲਾਏ ਨੇ ਕਿ ਹੁਣ ਸੁਨੀਲ ਜਾਖੜ ਉਹਨਾਂ तमाम ਕਾਂਗਰਸੀਆਂ ਨੂੰ ਜਿਹੜੇ ਕਦੀ ਪੂਰਵ ਮੰਤਰੀ ਹੁੰਦੇ ਸੀ ਹੁਣ ਬੀਜੇਪੀ ਦੇ ਝੰਡੇ ਥੱਲੇ ਹੈਗੇ ਨੇ, ਉਹਨਾਂ ਨੂੰ ਆਪਣੀ ਨਵੀਂ ਟੀਮ ਦੇ ਵਿੱਚ ਜਗ੍ਹਾ ਦੇਣਗੇ। ਅੱਜ ਜਦੋਂ ਸਹੁੰ ਚੱਕ ਰਹੇ ਹੋਣਗੇ ਉਸ ਫਰੇਮ ਦੇ ਵਿੱਚ ਕੀ ਉਹੀ ਕਾਂਗਰਸੀ ਨਜ਼ਰ ਆਣਗੇ? ਫਿਰ ਜਿਹੜੇ ਬੀਜੇਪੀ ਦੇ ਟਕਸਾਲੀ ਕਾਰਿਆਕਰਤਾ ਹੈਗੇ ਆ, ਲੀਡਰ ਹੈਗੇ ਆ, ਉਹ ਉਸ ਫਰੇਮ ਦੇ ਵਿੱਚ ਹੋਣਗੇ ਕਿ ਨਹੀਂ ਹੋਣਗੇ? ਇਹਨਾਂ ਸਾਰੀ ਗੱਲਾਂ ਦੇ ਉੱਤੇ ਮਿਲ ਕੇ ਅੱਜ ਇੱਕ ਫਰੇਮ ਬਣਨ ਵਾਲਾ ਹੈ। ਉਸ ਫਰੇਮ ਦੇ ਰਾਹੀਂ ਕਾਫੀ ਸਾਰੀ ਚੀਜ਼ਾਂ ਤੈਅ ਹੋ ਜਾਣਗੀਆਂ ਕਿ ਆਉਣ ਵਾਲੀ ਟੀਮ ਜਾਖੜ ਸਾਹਿਬ ਦੀ ਕਿੱਦਾਂ ਦੀ ਹੋਏਗੀ। ਉਹਦੇ ਵਿੱਚ ਬਲਬੀਰ ਸਿੱਧੂ ਹੋਣਾ ਜੋ ਵਿਜੀਲੈਂਸ ਦੇ ਚੱਕਰ ਲਾ ਰਹੇ ਨੇ ਉਸ ਫਰੇਮ ਦੇ ਵਿੱਚ ਹੋਣਗੇ ਕਿ ਨਹੀਂ ਹੋਣਗੇ? ਉਹ ਜਿਹੜੇ ਰਾਣਾ ਸੋਢੀ ਹੋਣਾ ਜਿਨ੍ਹਾਂ ਦੇ ਉੱਤੇ ਕਦੀ ਇਲਜ਼ਾਮ ਲਾਇਆ ਸੀ ਜਾਖੜ ਸਾਹਿਬ ਨੇ ਆਪ ਟਵੀਟ ਛੱਡ ਕੇ, ਉਹ ਵੀ ਇਸ ਫਰੇਮ ਦੇ ਵਿੱਚ ਹੋਣਗੇ। ਫਤਿਹ ਜੰਗ ਸਿੰਘ ਬਾਜਵਾ ਪਿੱਛੇ ਖੜੇ ਹੋਣਗੇ ਕਿ ਅੱਗੇ ਖੜੇ ਹੋਣਗੇ? ਇਹ ਸਾਰੀ ਗੱਲਾਂ ਉਸ ਫਰੇਮ ਦੇ ਵਿੱਚ ਅੱਜ ਨਜ਼ਰ ਆਉਣ ਵਾਲੀ। ਇੰਦਰਪ੍ਰੀਤ ਜੀ, ਵੈਸੇ ਤਾਂ ਕੱਲ ਜੋ ਮੁੱਖ ਮੰਤਰੀ ਸਾਹਿਬ ਫੀਲਡ ਵਿੱਚ ਆਏ ਉਹਨਾਂ ਦੀ ਡਿਊਟੀ ਬਣਦੀ ਸੀ, ਪਰ ਉਸ ਤੋਂ ਪਹਿਲਾਂ ਜਿਹੜੀ ਪੋਲਿਟਿਕਸ ਹੋ ਰਹੀ ਸੀ, ਬੜਾ ਸੰਖੇਪ ਚ ਰੱਖਿਓ ਉਹਨੂੰ ਇੱਕ ਅੱਧ ਮਿੰਟ ਦੇ ਵਿੱਚ ਹੀ, ਉਹ ਪੋਲਿਟਿਕਸ ਹੋ ਰਹੀ ਸੀਗੀ ਕਿ ਹਰਿਆਣੇ 'ਚ ਕੰਪੇਨ ਨਾ ਕਰੋ, ਉੱਥੇ ਇਲੈਕਸ਼ਨਾਂ ਨਾ ਜਾ ਕੇ ਲੜੋ, ਪੰਜਾਬ ਡੁੱਬ ਚੱਲਿਆ, ਇੱਥੇ ਵੀ ਆਓ। ਸੋ ਕੱਲ ਇਹ ਵੀ ਸਿਆਸਤ ਹੁੰਦੀ ਰਹੀ ਤੇ ਮੈਨੂੰ ਲੱਗਦਾ ਸੁਨੀਲ ਜਾਖੜ ਮੁੱਖ ਧਾਰਾ ਦੀ ਸਿਆਸਤ ਵਿੱਚ ਕਾਫੀ ਜ਼ਿਆਦਾ ਹਮਲਾਵਰ ਹੋਣ ਵਾਲੇ ਆ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸੱਤਾ ਦੇ ਖਿਲਾਫ ਲੜਨ ਵਾਲੀ ਵਿਰੋਧੀ ਧਿਰ ਦਾ ਚਿਹਰਾ ਵੀ ਬਦਲਿਆ ਜਾਣ ਵਾਲਾ।
ਰੰਧਾਵਾ ਸਾਹਿਬ ਦੇਖੋ, ਇਹ ਬਿਲਕੁਲ ਠੀਕ ਹੈ ਕਿ ਸੁਨੀਲ ਜਾਖੜ ਦੇ ਆਉਣ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਜਿਹੜਾ ਗੈਪ ਸੀ ਨਾ, ਉਹ ਤਾਂ ਪੂਰਾ ਹੋਣ ਵਾਲਾ। ਭਾਰਤੀ ਜਨਤਾ ਪਾਰਟੀ ਹੁਣ ਤੱਕ ਸਿਰਫ ਸਟੇਟਮੈਂਟਾਂ ਦੀ ਪਾਰਟੀ ਹੀ ਮੰਨੀ ਜਾਂਦੀ ਸੀ। ਤੁਸੀਂ ਦੇਖੋ ਅੱਜ ਤੱਕ ਉਹਨਾਂ ਨੇ ਕਦੀ ਕੋਈ ਅੰਦੋਲਨ 'ਚ ਹਿੱਸਾ ਨਹੀਂ ਲਿਆ, ਕੋਈ ਵਿਦਰੋਹ ਨਹੀਂ ਕੀਤਾ, ਕੁਝ ਇਸ ਤਰ੍ਹਾਂ ਦਾ ਨਹੀਂ ਸੀ। ਪਰ ਸੁਨੀਲ ਜਾਖੜ ਨੇ ਜਦੋਂ ਪਰਸੋਂ ਰਾਤੀ ਇਹ ਟਵੀਟ ਕੀਤਾ ਕਿ ਪੰਜਾਬ ਤਾਂ ਡੁੱਬਿਆ ਪਿਆ ਹੈ, ਸਾਰੇ ਇਲਾਕੇ ਖਾਸ ਤੌਰ ਤੇ ਜਿਹੜੇ ਚੰਡੀਗੜ੍ਹ ਦੇ ਨਾਲ ਵਾਲੇ ਇਲਾਕੇ ਨੇ ਉਹ ਸਾਰੇ ਡੁੱਬੇ ਪਏ ਨੇ ਪੰਜਾਬ ਦੇ, ਔਰ ਸੀਐਮ ਜਿਹੜੇ ਹੈਗੇ ਆ ਉਹ ਬਿਲਕੁਲ ਐਡਜੋਇਨਿੰਗ ਹਰਿਆਣੇ ਵਾਲੇ ਪਾਸੇ ਪੰਚਕੂਲਾ ਦੇ ਵਿੱਚ ਵੋਟਾਂ ਮੰਗ ਰਹੇ ਨੇ ਇੱਥੇ। ਸੋ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਲੋਕ ਤੈਅ ਕਰ ਸਕਦੇ ਨੇ ਵੀ ਸੀਐਮ ਸਾਹਿਬ ਦੀ ਪ੍ਰਾਇੋਰਟੀ ਕੀ ਹੈ, ਪੰਜਾਬ ਦੇ ਲੋਕ ਨਹੀਂ ਹੈ, ਉਹਨਾਂ ਨੂੰ ਹਰਿਆਣੇ ਦੇ ਵੋਟਾਂ ਦੀ ਜ਼ਿਆਦਾ ਚਿੰਤਾ ਹੈ। ਸੋ ਅਗਲੇ ਦਿਨ ਹੀ ਇੱਕ ਹੋਰ ਹਮਲਾ ਉਹਨਾਂ ਨੇ ਉਦੋਂ ਕੀਤਾ ਜਦੋਂ ਉਹਨਾਂ ਨੇ ਖੁਦ ਦਾ ਆਪਣਾ ਪਲਾਨ ਕਰ ਲਿਆ ਕਿ ਉਹ ਜਾ ਰਹੇ ਨੇ ਖਰੜ, ਮਾਜਰੀ, ਇਹਨਾਂ ਬਲਾਕਾਂ ਦੇ ਵਿੱਚ ਉਹ ਆਪ ਜਾ ਰਹੇ ਨੇ 12:30 ਵਜੇ। ਜਦੋਂ ਇਹ ਟਵੀਟ ਆਇਆ, ਉਹਨਾਂ ਦਾ ਪ੍ਰੋਗਰਾਮ ਦਾ ਇਹ ਆਇਆ ਮੈਸੇਜ ਆਇਆ, ਤਾਂ ਉਸ ਤੋਂ ਤੁਰੰਤ ਬਾਅਦ ਹੀ ਉਦੋਂ ਜਦੋਂ ਕਿ ਸੀਐਮ ਨੇ ਚੰਡੀਗੜ੍ਹ ਦੇ ਵਿੱਚ ਖੁਦ ਸਾਰੇ ਅਫਸਰਾਂ ਨਾਲ ਮੀਟਿੰਗ ਕਰਨੀ ਸੀ, ਉਹ ਮੀਟਿੰਗ ਨਾ ਕਰਕੇ ਉਹ ਸਿੱਧਾ ਹੀ ਫੀਲਡ 'ਚ ਚਲੇ ਗਏ ਵੀ, ਔਰ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਮੈਂ ਪੁਰਾਣੇ ਮੁੱਖ ਮੰਤਰੀਆਂ ਵਾਂਗੂ ਨਹੀਂ ਹੈਗਾ ਕਿ ਜਿਹੜੇ ਹੈਲੀਕਾਪਟਰਾਂ ਦਾ ਇਹ ਜਿਹੇ ਮੌਕਿਆਂ ਤੇ ਹੈਲੀਕਾਪਟਰਾਂ ਰਾਹੀਂ ਦੌਰਾ ਕਰਦੇ ਆ। ਮੈਂ ਤਾਂ ਲੋਕਾਂ ਦੇ ਵਿੱਚ ਜਾ ਕੇ ਮਤਲਬ ਜਿਹੜਾ ਹੈਗਾ ਉਹ ਉਹਨਾਂ ਦੀ ਤਕਲੀਫ, ਉਹਨਾਂ ਦੀਆਂ ਸਮੱਸਿਆਵਾਂ ਉਹ ਸਮਝਣਾ ਚਾਹਨਾ ਤੇ ਉਹ ਕਿਵੇਂ ਹੱਲ ਹੋਣਗੀਆਂ ਉਹ ਕਰਨਾ ਚਾਹਨਾ। ਸੋ ਇਹ ਠੀਕ ਹੈ ਕਿ ਇੱਕ ਸ਼੍ਰੇ ਦੀ ਰਾਜਨੀਤੀ ਜਿਹਨੂੰ ਅਸੀਂ ਕਹਿੰਦੇ ਆ, ਇੱਕ ਕ੍ਰੈਡਿਟ ਵਾਰ ਦੀ ਚੱਲ ਗਈ ਕਿ ਕੌਣ ਪਹਿਲਾਂ ਜਾ ਰਿਹਾ ਹੈ। ਇਹ ਤਾਂ ਇੱਕ ਦੌੜ ਜੀ ਦੇਖਣ ਨੂੰ ਮਿਲੀ ਹੈ ਦੋਨੋਂ ਉਹਦੇ ਵਿੱਚ। ਪਰ ਮੈਨੂੰ ਇਹ ਹੈ ਕਿ ਸੁਨੀਲ ਜਾਖੜ ਜਿਸ ਤਰ੍ਹਾਂ ਦੇ ਪੋਲੀਟੀਸ਼ੀਅਨ ਹੈਗੇ ਨੇ ਉਹ ਮਜਬੂਰ ਕਰਿਆ ਕਰਨਗੇ ਅੱਗੇ ਤੋਂ ਚੀਫ ਮਿਨਿਸਟਰ ਨੂੰ ਕਿ ਉਹ ਹੋਰ ਕੰਮ ਕਾਰ ਛੱਡ ਕੇ ਸਿਰਫ ਪੰਜਾਬ ਤੇ ਹੀ ਫੋਕਸ ਕਰਨ। ਤੇ ਇਹ ਇੱਕ ਆਉਣ ਵਾਲਾ ਟਾਈਮ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਜਿਹੜੀ ਬੀਜੇਪੀ ਹੈ ਉਹ ਸ਼ਾਇਦ ਕਾਂਗਰਸ ਨਾਲੋਂ ਜ਼ਿਆਦਾ ਹਮਲਾਵਰ ਹੋ ਕੇ ਮੈਨੂੰ ਦਿਖ ਰਿਹਾ ਕਿ ਉਹ ਜੇ ਕਿਤੇ ਟੀਮ ਉਹਨਾਂ ਦੀ ਠੀਕ ਬਣ ਜਾਂਦੀ ਹੈ ਜਾਖੜ ਉਹਨਾਂ ਦੀ, ਫਿਰ ਮੈਨੂੰ ਲੱਗਦਾ ਕਿ ਉਹ ਕਾਂਗਰਸ ਨਾਲੋਂ ਜ਼ਿਆਦਾ ਹਮਲਾਵਰ ਵੀ ਹੋ ਸਕਦੇ ਆ। ਕਿਉਂਕਿ ਕਾਂਗਰਸ ਦੇ ਜਿਹੜੇ ਇਸ ਟਾਈਮ ਬੰਦੇ ਉਹਨਾਂ ਕੋਲ ਇੱਕ ਬੈਗੇਜ ਵੀ ਹੈ, ਉਹ ਕੋਈ ਵੀ ਇਸ਼ੂ ਚੱਕਣਗੇ ਤਾਂ ਮੁੱਖ ਮੰਤਰੀ ਜਾਂ ਆਮ ਆਦਮੀ ਦਾ ਕੋਈ ਵੀ ਮੰਤਰੀ ਉਹਨਾਂ ਨੂੰ ਕਟਗਰੇ 'ਚ ਖੜਾ ਕਰ ਸਕਦਾ ਵੀ ਪਿਛਲੇ 5 ਸਾਲਾਂ 'ਚ ਫਿਰ ਤੁਸੀਂ ਕੀ ਕੀਤਾ, ਤੁਸੀਂ ਵੀ ਤਾਂ ਇੱਥੇ ਹੀ ਸੀਗੇ ਨਾ, ਅਸੀਂ ਤਾਂ ਸਾਨੂੰ ਤਾਂ ਸਾਲ ਸਵਾ ਸਾਲ ਹੀ ਹੋਇਆ ਇੱਥੇ ਆਏ ਨੂੰ, ਤੇ ਤੁਸੀਂ ਸਾਰੇ ਹੀ ਸਾਡੇ ਤੇ ਪਾ ਰਹੇ ਹੋ। ਪਰ ਇਹ ਚੀਜ਼ ਜਾਖੜ ਕੋਲੇ ਨਹੀਂ ਹੋਏਗੀ ਕਿਉਂਕਿ ਜਾਖੜ ਕਦੇ ਵੀ ਮੰਤਰੀ ਵਗੈਰਾ ਨਹੀਂ ਰਹੇ, ਸੋ ਉਹ ਹਮਲਾਵਰ ਜ਼ਿਆਦਾ ਹੋ ਸਕਦੇ ਹੈ। ਤੇ ਇਹ ਬੜਾ ਇੰਟਰਸਟਿੰਗ ਚੀਜ਼ ਹੋਊਗੀ ਜਿਹੜਾ ਆਉਣ ਵਾਲੇ ਟਾਈਮ 'ਚ ਹੁਣ 24 ਤੱਕ, ਖਾਸ ਤੌਰ ਤੇ ਜਦੋਂ ਅਸੀਂ ਇਲੈਕਸ਼ਨਾਂ ਵੱਲ ਜਾ ਰਹੇ ਹਾਂ ਤੇ 24 ਤੱਕ ਜਿਹੜੀਆਂ ਇਹ ਚੀਜ਼ਾਂ ਨਵੀਆਂ ਰੋਜ਼ ਆਣਗੀਆਂ, ਇਹ ਬੜੀਆਂ ਇੰਟਰਸਟਿੰਗ ਹੋਣਗੀਆਂ। ਮਤਲਬ ਦੂਜੇ ਸ਼ਬਦਾਂ ਦੇ ਵਿੱਚ ਸੁਨੀਲ ਜਾਖੜ ਦੀ ਆਮਦ ਨਾਲ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਕੀ ਬੀਜੇਪੀ ਕਾਂਗਰਸ ਦੀ ਸਪੇਸ ਖਾ ਜਾਊਗੀ, ਕੀ ਬੀਜੇਪੀ ਕਾਂਗਰਸ ਨੂੰ ਰਿਪਲੇਸ ਕਰ ਦਊਗੀ ਪੰਜਾਬ ਦੇ ਵਿੱਚ, ਇਹਦੀ ਇਹ ਸ਼ੁਰੂਆਤ ਹੋਗੀ। ਭਾਸਕਰ ਸਾਹਿਬ, ਲੜਾਈ ਨੂੰ ਆਪਾਂ ਉੱਪਰ ਲੈ ਕੇ ਚੱਲਦੇ ਹਾਂ। ਕੇਜਰੀਵਾਲ ਸਾਹਿਬ ਕਿਹੜੇ ਬਗਾਨੇ ਨੇ, ਇੱਥੋਂ ਦੀ ਸੱਤਾ ਇੱਕ ਤਰ੍ਹਾਂ ਨਾਲ ਉਹੀ ਚਲਾਉਂਦੇ ਨੇ। ਮਾਨ ਸਾਹਿਬ ਉਹਨਾਂ ਦੇ ਖਿਲਾਫ ਥੋੜੀ ਨੇ ਜਾਂ ਉਹਨਾਂ ਤੋਂ ਬਾਹਰ ਥੋੜੀ ਨੇ। ਕਿਤੇ ਪੰਜਾਬ ਦੀ ਰਾਜਨੀਤੀ 'ਚ ਕੇਜਰੀਵਾਲ ਸਾਹਿਬ ਹੀ ਮੁੱਖ ਚਿਹਰਾ ਨੇ। ਹੁਣ ਮੈਂ ਜਾਣਦਾ ਉਸ ਪਟਨਾ ਸਾਹਿਬ ਦੀ ਮੀਟਿੰਗ ਦੇ ਵਿੱਚ ਜਿੱਥੇ ਸਾਰੇ ਬੀਜੇਪੀ ਵਿਰੋਧੀ ਦਲ ਇਕੱਠੇ ਹੋਏ ਸੀਗੇ ਔਰ ਈਵਨ ਰਾਹੁਲ ਗਾਂਧੀ ਤੇ ਮਲਕਰਜਨ ਖੜਗੇ ਵੀ ਬੈਠੇ ਸੀਗੇ, ਔਰ ਉੱਥੇ ਸਭ ਤੋਂ ਜ਼ਿਆਦਾ ਅਗਰੈਸਿਵ ਕੇਜਰੀਵਾਲ ਸਾਹਿਬ ਸੀਗੇ ਕਿ ਆਰਡੀਨੈਂਸ ਤੇ ਦੱਸੋ ਪਹਿਲਾਂ, ਬਾਕੀ ਗੱਲਾਂ ਬਾਅਦ 'ਚ। ਤੇ ਜਦੋਂ ਉਮਰ ਅਬਦੁੱਲਾ ਨੇ ਉਹਨਾਂ ਨੂੰ ਇਹ ਪੁੱਛਿਆ ਵੀ ਸਾਹਿਬ 370 ਧਾਰਾ ਦੇ ਉੱਤੇ ਤਾਂ ਤੁਸੀਂ ਦੂਜੇ ਬੰਨੇ ਖੜੇ ਸੀ, ਸਾਡਾ ਦੁੱਖ ਨਹੀਂ ਤੇ ਤੁਹਾਡਾ ਦੁੱਖ ਹੈ। ਸੋ ਇਹ ਸਵਾਲ ਕੱਲ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ। ਧਾਰਾ 370 ਤੇ ਦਿੱਲੀ ਸਰਕਾਰ ਦੇ ਮਾਮਲੇ 'ਚ ਲਿਆਂਦਾ ਕੇਂਦਰੀ ਕੈਬਨਿਟ ਵੱਲੋਂ ਆਰਡੀਨੈਂਸ, ਇਹ ਦੋਨੇ ਡਿਸਕਸ ਹੋ ਰਹੇ ਸੀ ਸੁਣਵਾਈ ਅਧੀਨ। ਤਾਂ ਮੈਂ ਭਾਸਕਰ ਸਾਹਿਬ ਸਮਝਣਾ ਚਾਹੂੰਗਾ ਕਿ ਸਿਆਸਤ ਦਾ ਇਹ ਵੀ ਰੂਪ ਸਰੂਪ ਹੁੰਦਾ, ਇਹਨੂੰ ਵੀ ਜ਼ੁਬਾਨ ਦਿਓ ਜ਼ਰਾ। ਖਾਸ ਕਰਕੇ ਆਰਟੀਕਲ 370 ਦੇ ਮੁੱਦੇ ਦੇ ਉੱਤੇ ਤੁਸੀਂ ਬਿਲਕੁਲ ਠੀਕ ਕਿਹਾ। ਜੂਨ 23 ਨੂੰ ਜਿਹੜੀ ਪਟਨਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਸੀ, ਇੱਕ ਤੰਜ ਦਾ ਸਾਹਮਣਾ ਕਰਨਾ ਪਿਆ ਸੀ ਕੇਜਰੀਵਾਲ ਸਾਹਿਬ ਨੂੰ, ਜਦ ਉਹਨਾਂ ਨੇ ਜਿੱਦ ਫੜੀ ਹੋਈ ਸੀ ਕਿ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਪਹਿਲੇ ਗੱਲ ਹੋਣੀ ਚਾਹੀਦੀ ਹੈ ਔਰ ਕਾਂਗਰਸ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਹੁੰਦਾ ਹੈ। ਤਦ ਹੀ ਉਮਰ ਅਬਦੁੱਲਾ ਨੇ ਆਰਟੀਕਲ 370 ਦਾ ਤੰਜ ਕੀਤਾ ਸੀ। ਤਦ ਤੁਸੀਂ ਕਿੱਥੇ ਸੀ ਜਦ ਕਸ਼ਮੀਰ ਦੇ ਵਿੱਚ ਆਰਟੀਕਲ 370 ਹਟਾਇਆ ਜਾ ਰਿਹਾ ਸੀ। ਉਹ ਮੁੱਦਾ ਕੱਲ ਉਹ ਕੀ ਦੋਨੋਂ ਮੁੱਦੇ, ਆਰਡੀਨੈਂਸ ਦੇ ਮੁੱਦੇ ਵੀ ਔਰ ਆਰਟੀਕਲ 370 ਦਾ ਮੁੱਦਾ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਕੱਲ ਗਰਮਾਇਆ ਰਿਹਾ। ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਐਫੀਡੈਵਿਟ ਪੇਸ਼ ਕੀਤਾ ਔਰ ਹਲਫਨਾਮੇ ਦੇ ਵਿੱਚ ਇਹ ਗੱਲ ਕਲੇਮ ਕੀਤੀ ਗਈ ਕਿ ਜਦੋਂ ਤੋਂ
ਆਰਟੀਕਲ 370 ਹਟਾਇਆ ਗਿਆ, ਯਾਨੀ ਅਗਸਤ 5 2019 ਨੂੰ ਜਦ ਆਰਟੀਕਲ 370 ਹਟਾਇਆ ਸੀ, ਉਸ ਤੋਂ ਲੈ ਕੇ ਅੱਜ ਤੱਕ ਹਾਲਾਤ ਬੜੇ ਸੁਧਰੇ ਨੇ। ਉੱਥੇ ਸਭ ਕੁਝ ਅੱਛਾ ਹੈ, ਪੀਸ ਹੈ, ਲੋਕੀ ਆਰਾਮ ਨਾਲ ਜੀ ਰਹੇ ਨੇ, ਰਹਿ ਰਹੇ ਨੇ, ਔਰ ਪੱਥਰ ਫੈਕਣ ਦੀ, ਪੱਥਰਬਾਜੀ ਦੀ ਘਟਨਾਵਾਂ ਉਹ ਤੇ ਬਿਲਕੁਲ ਖਤਮ ਹੀ ਹੋ ਗਈਆਂ। ਔਰ 2018 ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਅਸ਼ਾਂਤੀ ਸੀਗੀ, ਹੁਣ ਸ਼ਾਂਤੀ ਹੈ, ਇਨਵੈਸਟਮੈਂਟ ਹੋ ਰਹੀ ਹੈ, ਲੋਕ ਉੱਥੇ ਜਾ ਰਹੇ ਨੇ, ਸੈਲਾਨੀ ਵੀ ਪੂਰੇ ਤਰੀਕੇ ਨਾਲ ਉੱਥੇ। ਇਹ ਐਫੀਡੇਵਿਟ ਦੀ ਲੋੜ ਕਿਉਂ ਪਈ? ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਕੱਲ ਅਚਾਨਕ ਹੀ ਆਰਟੀਕਲ 370 ਦਾ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਕਿਉਂ ਉੱਠਿਆ? ਉਹਦਾ ਕਾਰਨ ਸੀਗਾ ਅੱਜ, ਯਾਨੀ ਅੱਜ 11 ਤਰੀਕ ਨੂੰ ਸੁਪਰੀਮ ਕੋਰਟ ਨੇ ਉਹਨਾਂ ਸਾਰੀ तमाम ਪਟੀਸ਼ਨਾਂ ਦੀ ਸੁਣਵਾਈ ਸ਼ੁਰੂ ਕਰਨੀ ਹੈ, ਔਰ 5 ਜੱਜਸ ਦਾ ਇੱਕ ਬੈਂਚ ਹੈ। ਉਹਨਾਂ ਨੇ ਨੈਸ਼ਨਲ ਕਾਨਫਰੰਸ ਦੀ, ਮਹਿਬੂਬਾ ਮੁਫਤੀ ਉਹਨਾਂ ਦੀ, ਔਰ तमाम ਉਹ ਸਾਰੀ ਪਾਰਟੀਆਂ ਦੀ ਜਿਹੜੇ ਆਰਟੀਕਲ 370 ਦਾ ਵਿਰੋਧ ਕਰ ਰਹੇ ਸੀ, ਉਹਦੇ ਉੱਤੇ ਅੱਜ ਤੋਂ ਸੁਣਵਾਈ ਸ਼ੁਰੂ ਹੋਣੀ ਹੈ। ਤਾਂ ਉਸ ਤੋਂ ਠੀਕ ਪਹਿਲੇ ਆਰਟੀਕਲ 370 ਨੂੰ ਹਟਾਏ ਜਾਣ ਨੂੰ ਜਾਇਜ਼ ਠਹਿਰਾਉਣ ਵਾਸਤੇ ਕੇਂਦਰ ਸਰਕਾਰ ਦਾ ਉਹ ਹਲਫਨਾਮਾ ਸੀਗਾ। ਹੁਣ ਗੱਲ ਆਈਏ ਆਰਡੀਨੈਂਸ ਦੇ ਮੁੱਦੇ ਤੇ। ਕੱਲ ਆਰਡੀਨੈਂਸ ਦੇ ਮੁੱਦੇ ਤੇ ਸੁਣਵਾਈ ਹੋਣੀ ਸੀ। ਕੇਜਰੀਵਾਲ ਸਾਹਿਬ ਨੂੰ ਉਮੀਦ ਸੀ ਕਿ ਪਹਿਲੇ ਦਿਨ ਹੀ ਸ਼ਾਇਦ ਚੀਫ ਜਸਟਿਸ ਸਾਹਿਬ ਜਾਂ ਸੁਪਰੀਮ ਕੋਰਟ ਸਾਨੂੰ ਇੱਕ ਰਾਹਤ ਦੇ ਸਕਦੇ ਨੇ, ਜਿਹੜੇ ਆਰਡੀਨੈਂਸ ਦੇ ਉੱਤੇ ਕੋਈ ਸਟੇ ਜਾਂ ਕੋਈ ਰੋਕ ਲਗਾ ਕੇ। ਪਰ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਬਿਲਕੁਲ ਮਨਾ ਕੀਤਾ। ਉਹਨਾਂ ਨੇ ਖਾਸ ਕਰਕੇ ਕੇਂਦਰ ਸਰਕਾਰ ਨੂੰ ਇੱਕ ਨੋਟਿਸ ਦੇ ਦਿੱਤਾ, ਔਰ ਲੈਫਟੀਨੈਂਟ ਗਵਰਨਰ ਦਿੱਲੀ ਦੇ VK ਸਕਸੈਨਾ, ਉਹਨਾਂ ਨੂੰ ਵੀ ਇੱਕ ਨੋਟਿਸ ਦੇ ਦਿੱਤਾ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ ਦੱਸੋ ਕਿ ਆਰਡੀਨੈਂਸ ਕਿਉਂ ਜ਼ਰੂਰੀ ਹੈ। ਜਦ ਇਹ ਗੱਲ ਚੱਲ ਰਹੀ ਸੀ ਤਦ ਅਭਿਸ਼ੇਕ ਮਨੂ ਸਿੰਘ ਵੀ, ਜਿਹੜੇ ਦਿੱਲੀ ਸਰਕਾਰ ਦੇ ਵਕੀਲ ਸੀ, ਉਹ ਇਸ ਗੱਲ ਨੂੰ ਗੈਰ ਜ਼ਰੂਰੀ ਦੱਸਦੇ ਹੋਏ ਆਰਡੀਨੈਂਸ ਦੇ ਉੱਤੇ ਸਟੇ ਮੰਗ ਰਹੇ ਸੀ। ਸੁਪਰੀਮ ਕੋਰਟ ਨੇ ਫਿਲਹਾਲ ਸਟੇ ਦੇਣ ਤੋਂ ਮਨਾ ਕਰਤਾ। ਹਾਂ, ਜੁਲਾਈ 17 ਨੂੰ ਇੱਕ ਵਾਰ ਹੋਰ ਹੀਅਰਿੰਗ ਹੋਏਗੀ ਕਿ ਇੰਟਰੀਮ ਸਟੇ ਦਿੱਤਾ ਜਾ ਸਕਦਾ ਹੈ ਜਾਂ ਨਹੀਂ। ਮਨੂ ਸਿੰਘ ਵੀ ਉਹਨਾਂ ਦੀ ਇਹ ਪਲੀ ਸੀਗੀ ਕਿ 437 ਹੈਵਰਡਸ ਦੇ ਔਰ ਬੜੇ ਵੱਡੇ ਇੰਸਟੀਟਿਊਸ਼ਨਸ ਦੇ ਪੜ੍ਹੇ ਲਿਖੇ ਲੋਕਾਂ ਨੂੰ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਰਿਫਾਰਮ ਵਾਸਤੇ ਲਾਇਆ। ਉਹਨਾਂ ਨੂੰ ਤੇ ਘੱਟ ਤੋਂ ਘੱਟ ਜਿਹੜੇ ਲੈਫਟੀਨੈਂਟ ਗਵਰਨਰ ਸਾਹਿਬ ਨੇ ਕੱਢਿਆ ਹੈ, ਉਹਨਾਂ ਨੂੰ ਰਿਵਾਈਵ ਕਰ ਦਿਓ ਤਾਂ ਕਿ ਦਿੱਲੀ ਸਰਕਾਰ ਦਾ ਕੰਮ ਚੱਲਦਾ ਰਹੇ। ਇਸ ਮੁੱਦੇ ਦੇ ਉੱਤੇ ਵੀ ਸਰਕਾਰ ਨੇ ਬਹੁਤੀ ਤਵੱਜੋ ਨਹੀਂ ਦਿੱਤੀ, ਕਿਉਂਕਿ ਸੋਲੀਸਿਟਰ ਜਨਰਲ ਨੇ ਕਿਹਾ ਉਹ तमाम 437 ਲੋਕ ਜਿਨ੍ਹਾਂ ਨੂੰ ਬਤੌਰ ਸਪੈਸ਼ਲਿਸਟ ਇਹਨਾਂ ਵਿਭਾਗਾਂ ਦੇ ਵਿੱਚ ਲਾਇਆ ਗਿਆ ਹੈ, ਉਹ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਿਸ਼ਤੇਦਾਰ ਨੇ, ਤੇ ਇਸ ਕਰਕੇ ਕੋਈ ਵੀ ਰਾਹਤ ਉਹਨਾਂ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਮੁੱਦੇ ਦੇ ਉੱਤੇ ਹੁਣ ਜੁਲਾਈ 17 ਨੂੰ ਵੀ ਗੱਲਬਾਤ ਹੋਏਗੀ, ਕੀ ਸਟੇ ਮਿਲਦਾ ਹੈ, ਔਰ ਸਰਕਾਰ ਆਪਣੇ ਹਲਫਨਾਮੇ ਨੂੰ, ਆਰਡੀਨੈਂਸ ਦੀ ਇੰਪੋਰਟੈਂਸ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਂਦੀ ਹੈ ਕੇਂਦਰ ਸਰਕਾਰ। ਇਸ ਗੱਲ ਦੇ ਉੱਤੇ ਹੁਣੇ ਗੱਲ ਟਿਕੀ ਹੋਈ। ਭਾਸਕਰ ਸਾਹਿਬ ਨੇ ਇੱਕ ਲਫ਼ਜ਼ ਵਰਤਿਆ ਕਿ ਸਰਕਾਰ ਨੇ ਤਵੱਜੋ ਨਹੀਂ ਦਿੱਤੀ। ਦਰਅਸਲ ਉਹ ਸੁਪਰੀਮ ਕੋਰਟ ਨੇ ਤਵੱਜੋ ਨਹੀਂ ਦਿੱਤੀ, ਇਹ ਕਹਿਣਾ ਚਾਹ ਰਹੇ ਸੀਗੇ। ਲੇਕਿਨ ਇੱਥੇ ਸਵਾਲ ਇਹ ਵੀ ਹੈ ਕਿ ਪਹਿਲਾਂ ਜਦੋਂ ਕੇਜਰੀਵਾਲ ਦੀ ਗਵਰਨਮੈਂਟ ਨੇ ਇਹ ਪਟੀਸ਼ਨ ਦਾਖਲ ਕੀਤੀ ਸੀ, ਉਹਦੇ ਵਿੱਚ LG ਨੂੰ ਧਿਰ ਨਹੀਂ ਸੀ ਬਣਾਇਆ ਗਿਆ। ਕੱਲ LG ਨੂੰ ਧਿਰ ਬਣਾਉਣ ਦੀ ਵੀ ਉਹਨਾਂ ਨੇ ਦੁਬਾਰਾ ਇੱਕ ਅਰਜ਼ੀ ਦਾਖਲ ਕੀਤੀ, ਔਰ LG ਨੂੰ ਧਿਰ ਬਣਾਏ ਬਿਨਾਂ ਤਾਂ ਅੱਗੇ ਚੱਲੇ ਨਹੀਂ ਜਾਣਾ। ਸਾਰੀ ਲੜਾਈ ਵਾਇਆ LG ਤਾਂ ਲੜੀ ਜਾਂਦੀ ਆ। ਖੈਰ, ਕੇਂਦਰ ਨੂੰ ਵੀ ਇਹ ਪੁੱਛ ਲਿਆ ਗਿਆ ਕਿ ਇਹਦੀ ਜ਼ਰੂਰਤ ਕਿਉਂ ਹੈ, ਪਰ ਇਹ ਲੜਾਈ ਲੰਬੀ ਚੱਲੂਗੀ ਲੱਗਦੀ। ਜਿਹੜੀ ਰਾਹਤ ਨਾ ਮਿਲਣ ਦਾ ਮਾਮਲਾ, ਇਹਦਾ ਮਤਲਬ ਹੈ ਕਿ ਇਹ ਤਾਕਤਾਂ ਦਾ ਵੀ ਹੈ ਕਿ ਕਿਹਦੇ ਕੋਲ ਇੰਨੇ ਅਖਤਿਆਰ ਨੇ ਕਿ ਕੇਂਦਰ ਸਰਕਾਰ ਕਰ ਸਕਦੀ ਕਿ ਨਹੀਂ। ਆਰਡੀਨੈਂਸ ਤੋਂ ਬਾਅਦ ਇਹਨੇ ਕਾਨੂੰਨ ਬਣ ਜਾਣਾ, ਤੇ ਕਾਨੂੰਨ ਬਣੇ ਹੋਏ ਕਾਨੂੰਨ ਦੇ ਵਿੱਚ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦੀ। ਸੁਪਰੀਮ ਕੋਰਟ ਉਹਦੀ ਵਿਆਖਿਆ ਤਾਂ ਕਰ ਸਕਦੀ ਹੈ, ਉਸ ਕਾਨੂੰਨ ਦੇ ਤਹਿਤ ਕੁਝ ਗਲਤ ਹੋ ਰਿਹਾ ਤਾਂ ਉਹਨੂੰ ਤਾਂ ਅੱਗੇ ਪਿੱਛੇ ਕਰ ਸਕਦੀ ਹੈ, ਪਰ ਸੁਪਰੀਮ ਕੋਰਟ ਦੀਆਂ ਹੱਦਾਂ ਸਰਹੱਦਾਂ ਜਿਹੜੀਆਂ ਉਹ ਪਾਰਲੀਮਾਨੀ ਫੈਸਲਿਆਂ ਦੇ ਅੱਗੇ ਜਾ ਕੇ ਰੁਕ ਜਾਂਦੀਆਂ ਨੇ। ਸੋ ਇੰਦਰਪ੍ਰੀਤ ਜੀ, ਇਹ ਮਾਮਲਾ ਕਾਫੀ ਦਿਲਚਸਪੀ ਦਾ ਵਿਸ਼ਾ ਹੈ। ਆਪਾਂ ਜਦੋਂ 370 ਧਾਰਾ ਨੂੰ ਹਟਾਉਣ ਦਾ ਜ਼ਿਕਰ ਕਰਦੇ ਹਾਂ, ਕੇਂਦਰ ਕਹਿ ਰਿਹਾ ਕਿ ਉੱਥੇ ਬਹੁਤ ਬਿਹਤਰ ਹੈ ਹੁਣ ਸਥਿਤੀ, ਔਰ ਬੜੀ ਬਦਲ ਚੁੱਕੀ ਹੈ। ਮੈਂ ਇਹਦਾ ਇੱਕ ਐਂਗਲ ਜ਼ਰੂਰ ਦੇਖਣਾ ਚਾਹੂੰਗਾ। ਆਪਣੇ ਪੰਜਾਬੀ ਘੁੰਮਣ ਫਿਰਨ ਦੇ ਬੜੇ ਸ਼ੌਕੀਨ ਹੈ, ਤੁਹਾਡੇ ਮੇਰੇ ਸਾਰਿਆਂ ਦੇ ਸਾਡੇ ਸੱਜਣ ਮਿੱਤਰ ਸਾਂਝੇ ਹੀ ਹੁੰਦੇ ਆ, ਔਰ ਤੁਸੀਂ ਕਿਸੇ ਨੂੰ ਪੁੱਛੋ ਗਾਏ ਬਗਾਏ ਉਹ ਕਹਿ ਦੇਣਗੇ ਕਦੇ ਅਸੀਂ ਹਿਮਾਚਲ ਚ ਆਏ। ਅੱਜ ਕੱਲ ਲੋਕ ਜ਼ਿਆਦਾ ਕਹਿੰਦੇ ਰਹੇ ਸ਼੍ਰੀਨਗਰ ਚ ਹੈ। ਪਤਾ ਲੱਗਿਆ ਵੀ ਬੜੇ ਚਿਰ ਬਾਅਦ ਉੱਥੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਆਈਆਂ, ਲੋਕ ਦੂਰ ਦਰਾਜ ਦੇ ਏਰੀਆਜ਼ ਦੇ ਵਿੱਚ ਪਰਿਵਾਰਾਂ ਸਮੇਤ ਚਲੇ ਗਏ, ਔਰ ਹੁਣ ਲੋਕ ਉੱਥੇ ਟੂਰਿਜ਼ਮ ਦੇ ਨਜ਼ਰੀਏ ਤੋਂ ਬਹੁਤ ਜ਼ਿਆਦਾ ਜਾ ਰਹੇ। ਸੋ ਕੀ ਅਸੀਂ ਇਸ ਪਹਿਲਾਂ ਸਿਰਫ ਡਰ ਕਰਕੇ ਨਹੀਂ ਸੀ ਜਾਂਦੇ, ਜਾਂ ਹੁਣ ਉਹ ਜਿਹੜੀ ਸਥਿਤੀ ਬਦਲ ਗਈ ਤਾਂ ਕਰਕੇ ਇੰਜ ਲੱਗ ਰਿਹਾ? ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ। ਹਾਲਾਂਕਿ ਜਿਹੜੇ ਉੱਥੋਂ ਦੇ ਲੋਕਲ ਬਸ਼ਿੰਦੇ ਆ, ਉਹਨਾਂ ਦਾ ਮੰਨਣਾ ਹੈ ਕਿ ਅਸੀਂ, ਸਾਡਾ ਜਿਹੜਾ ਆਜ਼ਾਦ ਹੈਸੀਅਤ ਹੈ ਉਹਦੇ ਉੱਤੇ ਅਜੇ ਵੀ ਬੰਦੂਕਾਂ ਦਾ ਸਾਇਆ ਹੈ। ਰੰਧਾਵਾ ਸਾਹਿਬ, ਦੇਖੋ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਫਾਈਲ ਕੀਤਾ ਗਿਆ ਤੇ ਜੋ ਦਲੀਲਾਂ ਦਿੱਤੀਆਂ ਗਈਆਂ ਨੇ ਕਿ ਬਹੁਤ ਉੱਥੇ ਸ਼ਾਂਤੀ ਹੋ ਗਈ ਹੈ, ਕੋਈ ਪੱਥਰਬਾਜ਼ੀ ਨਹੀਂ ਹੋਈ,
ਹੜਤਾਲਾਂ ਨਹੀਂ ਹੋ ਰਹੀਆਂ, ਜਬਰਨ ਜਿਹੜੀਆਂ ਹੜਤਾਲਾਂ ਪਹਿਲਾਂ ਕਰਵਾਈਆਂ ਜਾਂਦੀਆਂ ਸੀ ਉਹ ਨਹੀਂ ਹੋ ਰਹੀਆਂ। ਇਹ ਸਾਰੀਆਂ ਸਥਿਤੀਆਂ ਅਗਰ ਤੁਸੀਂ ਦੇਖੋ ਤਾਂ ਫਿਰ ਤੁਹਾਨੂੰ ਲੱਗਦਾ ਕਿ ਵੀ ਬਹੁਤ ਹੀ ਕਮਾਲ ਹੋ ਗਿਆ। ਇਹ ਤਾਂ ਇਹ ਚੀਜ਼ ਤਾਂ ਚਾਹੀਦੀ ਸੀ ਉੱਥੇ ਵੀ, ਆਖਿਰ ਜਿਹਨੂੰ ਮਤਲਬ ਧਰਤੀ ਤੇ ਸਵਰਗ ਕਿਹਾ ਜਾਂਦਾ, ਜਿਹੜੀ ਧਰਤੀ ਨੂੰ, ਉਸਦਾ ਪਿਛਲੇ ਕਈ ਸਾਲਾਂ ਤੋਂ, ਦਸ਼ਕਾਂ ਤੋਂ ਹੀ ਜਿਹੜਾ ਹੈਗਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ। ਪਰ ਸਵਾਲ ਇੱਥੇ ਇਹ ਹੈਗਾ ਵੀ ਕੀ ਅਸੀਂ ਉਸ ਥਾਂ ਦੇ ਜਿਹੜੇ ਲੋਕ ਨੇ, ਕੀ ਅਸੀਂ ਉਹਨਾਂ ਨੂੰ ਵੀ ਪੁੱਛਿਆ? ਕੀ ਅਸੀਂ ਇਹ ਸਟੇਟਮੈਂਟਾਂ ਸਿਰਫ ਉਦੋਂ ਦੇ ਰਹੇ ਹਾਂ ਜਦੋਂ ਹਰ 10 ਬੰਦਿਆਂ ਪਿੱਛੇ ਇੱਕ ਫੌਜ ਦਾ ਬੰਦਾ ਜਾਂ ਕੋਈ ਅਰਧ ਸੈਨਿਕ ਬੰਦਾ ਖੜਾ ਹੈ, ਅਸੀਂ ਉਦੋਂ ਦੇ ਰਹੇ ਹਾਂ? ਮੈਂ ਇਹ ਸਟੇਟਮੈਂਟ ਉਦੋਂ ਦੇਖਣੀ ਚਾਹੁੰਦਾ ਜਦੋਂ ਇਹ ਸਾਰੇ ਹਟ ਜਾਣਗੇ, ਤਾਂ ਉੱਥੇ ਦੇ ਲੋਕ ਤੈਅ ਕਰਨ ਵੀ ਹਾਂ ਕੀ ਹੈ। ਔਰ ਦੂਜੀ ਗੱਲ ਇਹ ਕਿ ਠੀਕ ਹੈ, ਮਤਲਬ ਉੱਥੇ ਜਦੋਂ ਕਿਸੇ ਦੇ ਪਿੰਜਰੇ ਦੇ ਵਿੱਚ ਤੋਤੇ ਨੂੰ ਵੀ ਰੱਖਦੇ ਨੇ ਅੰਦਰ, ਤਾਂ ਉਹਨੂੰ ਬਹੁਤ ਸਾਰੀਆਂ ਚੂਰੀਆਂ ਖਵਾਉਂਦੇ, ਤਾਂ ਉਹਨੂੰ ਖੁਸ਼ ਤਾਂ ਹੋ ਸਕਦਾ ਹੈ ਵੀ ਦੇਖੋ ਮੈਨੂੰ ਮਨ ਚ ਆਇਆ ਸਵਾਦ ਵਾਲੇ ਖਾਣੇ ਮਿਲ ਰਹੇ ਹੈ, ਪਰ ਜਿਹੜੀ ਇੱਕ ਆਜ਼ਾਦੀ ਦਾ ਜਿਹੜਾ ਇੱਕ ਸਵਾਦ ਹੁੰਦਾ ਉਹ ਅਲੱਗ ਹੁੰਦਾ, ਉਹ ਇਹਨਾਂ ਚੀਜ਼ਾਂ ਤੋਂ ਨਹੀਂ ਹੁੰਦਾ। ਮੈਂ ਪਹਿਲਾਂ ਵੀ ਸ਼ਾਇਦ ਇਸੇ ਪ੍ਰੋਗਰਾਮ 'ਚ ਇੱਕ ਵਾਰੀ ਤੁਹਾਨੂੰ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੇ 3 ਹੀ ਪ੍ਰੋਗਰਾਮ ਨੇ। ਉਹ ਹੈਗਾ ਇੱਕ ਰਾਮ ਮੰਦਿਰ ਬਣਾਉਣਾ, ਉਹ ਉਹਨਾਂ ਨੇ ਕਰਤਾ। 370 ਧਾਰਾ ਹਟਾਣੀ ਜੰਮੂ ਕਸ਼ਮੀਰ 'ਚ, ਇਹ ਵੀ ਉਹਨਾਂ ਦਾ ਮੇਨ ਏਜੰਡਿਆਂ ਦੇ ਵਿੱਚ ਇੱਕ ਹੈ। ਔਰ ਤੀਸਰਾ ਹੈਗਾ UCC, ਔਰ ਜਿਹੜਾ ਕਿ ਇਸ ਟਾਈਮ ਮਤਲਬ ਅਸੀਂ ਦੇਖ ਰਹੇ ਹਾਂ ਕਿ ਉਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਾਅ ਕਮਿਸ਼ਨ ਦੇ ਉੱਤੇ ਚਲਾ ਗਿਆ। ਇਹ 3 ਉਹਨਾਂ ਦੇ ਪ੍ਰੋਗਰਾਮ ਨੇ, ਉਹਨਾਂ ਨੇ ਇਹਨਾਂ 3 ਪ੍ਰੋਗਰਾਮਾਂ ਨੂੰ ਹੀ ਲਾਗੂ ਕਰਕੇ ਅੱਗੇ ਜਾਣਾ। ਸਵਾਲ ਇਸ ਗੱਲ ਦਾ ਹੁੰਦਾ ਰੰਧਾਵਾ ਸਾਹਿਬ ਕਿ ਅਸੀਂ ਠੀਕ ਤਰੀਕੇ ਨਾਲ ਕੋਈ ਕੰਮ ਕਰ ਰਹੇ ਹਾਂ ਜਾਂ ਗਲਤ ਤਰੀਕੇ ਨਾਲ ਠੀਕ ਕੰਮ ਕਰ ਰਹੇ ਹਾਂ। ਕਿਸੇ ਵੀ ਸਟੇਟ ਨੂੰ ਤੋੜ ਕੇ ਯੂਨੀਅਨ ਟੈਰਿਟਰੀ ਹਜੇ ਤੱਕ ਨਹੀਂ ਬਣਾਈ ਗਈ। ਤੁਸੀਂ ਦੇਖ ਲਓ, ਹਜੇ ਆਪਣੇ ਪੰਜਾਬ ਪੂਰੇ ਕੰਟਰੀ ਦੇ ਵਿੱਚ ਸਿਰਫ ਇੱਕੋ ਹੀ ਇੰਸਟੈਂਸ ਹੈ ਜਿਹੜਾ ਜੰਮੂ ਕਸ਼ਮੀਰ ਨੂੰ ਤੋੜ ਕੇ 3 ਹਿੱਸਿਆਂ 'ਚ ਵੰਡਤਾ ਗਿਆ, ਔਰ 3 ਯੂਨੀਅਨ ਟੈਰਿਟਰੀਜ਼ ਨੇ। ਕੀ ਇਸ ਐਫੀਡੇਵਿਟ ਨੂੰ ਫਾਈਲ ਕਰਨ ਤੋਂ ਪਹਿਲਾਂ ਸਰਕਾਰ ਨੇ ਇਸੇ ਦੇ ਵਿੱਚ ਇਹ ਕਿਹਾ ਵੀ ਅਸੀਂ ਹੁਣ ਇੱਥੇ ਬਿਲਕੁਲ ਸ਼ਾਂਤੀ ਹੈ, ਸਭ ਕੁਝ ਠੀਕ ਹੈ, ਅਸੀਂ ਨਵੇਂ ਸਿਰੇ ਤੋਂ ਇੱਥੇ ਇਲੈਕਸ਼ਨ ਕਰਾਉਣ ਜਾ ਰਹੇ ਹਾਂ ਔਰ ਜੰਮੂ ਕਸ਼ਮੀਰ ਪੂਰੀ ਦੀ ਪੂਰੀ ਇੱਕ ਸਟੇਟ ਬਣੂਗੀ? ਇਹ ਇਸ ਐਫੀਡੇਵਿਟ ਦੇ ਵਿੱਚ ਨਹੀਂ ਹੈਗਾ। ਸੋ ਬਹੁਤ ਸਾਰੀਆਂ ਖਾਮੀਆਂ ਨੇ, ਸਿਰਫ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਹੀ ਦਿਖਾਇਆ ਗਿਆ ਹਜੇ। ਠੀਕ ਹੈ, ਉਹ ਤੁਹਾਡੀ ਗੱਲ ਜਿਹੜੀ ਤੁਸੀਂ ਪਹਿਲਾਂ ਕਰਕੇ ਹਟੇ ਹੋ ਕਿ ਬਹੁਤ ਸਾਰੇ ਸੈਲਾਨੀ ਜਾ ਰਹੇ ਨੇ, ਇਹ 'ਚ ਕੋਈ ਡਾਊਟ ਨਹੀਂ। ਮੇਰੇ ਵੀ ਬਹੁਤ ਸਾਰੇ ਦੋਸਤ ਮਿੱਤਰ ਉੱਥੇ ਗਏ ਹੈ, ਮੈਂ ਉਹਨਾਂ ਤੋਂ ਪੁੱਛਦਾ ਵੀ ਉੱਥੇ ਕੀ ਮਾਹੌਲ ਹੈ, ਤਾਂ ਉਹਨਾਂ ਨੇ ਕਿਹਾ ਕਿ ਹੁਣ ਮਾਹੌਲ ਠੀਕ ਹੈ, ਉੱਥੇ ਹੋਟਲਸ ਨਹੀਂ ਮਿਲ ਰਹੇ, ਸਾਰੇ ਬੋਟਸ ਬੁੱਕ ਨੇ, ਸਭ ਇਹ ਠੀਕ ਹੈ। ਇਹਦਾ ਇੱਕ ਪਹਿਲੂ ਹੈ, ਪਰ ਅਸੀਂ पर्यटन की गल नहीं कर रहे या टूरिज्म की गल नहीं कर रहे, ਅਸੀਂ ਹੋਲ ਸਟੇਟ ਦੀ ਗੱਲ ਕਰ ਰਹੇ ਹਾਂ ਕਿ ਜੰਮੂ ਕਸ਼ਮੀਰ ਐਜ਼ ਸਟੇਟ ਦਾ ਨੂੰ ਕੀ ਦੁਬਾਰਾ ਉਸੇ ਤਰ੍ਹਾਂ ਦਾ ਦਰਜਾ ਮਿਲੇਗਾ ਕਿ ਨਹੀਂ ਮਿਲੇਗਾ। ਸਵਾਲ ਇਸ ਗੱਲ ਦਾ ਕਿ ਉੱਥੇ ਦੇ ਲੋਕਾਂ ਨੂੰ ਆਪਣੀ ਸਰਕਾਰ ਦਾ ਚੁਣਨ ਦਾ ਰਾਈਟ ਮਿਲੂਗਾ ਕਿ ਨਹੀਂ ਮਿਲੂਗਾ, ਕਿ ਉਹ ਸਿਰਫ ਉਹੀ ਸੈਂਟਰ ਦੇ ਥੋਪੇ ਹੋਏ ਜਿਹੜੇ ਗਵਰਨਰ ਹੁੰਦੇ ਨੇ ਜਾਂ ਉੱਥੇ ਜੋ ਵੀ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਪ੍ਰਸ਼ਾਸਕ ਹੁੰਦੇ ਨੇ ਉਹਨਾਂ ਦੇ ਰਾਹੀਂ ਚਲਾਇਆ ਜਾਊਗਾ। ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਹਜੇ ਮੈਨੂੰ ਲੱਗਦਾ ਕਿ ਜਿਹੜੇ ਹਜੇ ਜਵਾਬ ਮੰਗ ਰਹੇ ਨੇ। ਇਹ ਹਜੇ ਜਿਹੜਾ ਕੱਲ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਇੰਨਾ ਵੱਡਾ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ, ਉਹਦੇ ਵਿੱਚ ਇਹਨਾਂ ਸਵਾਲਾਂ ਦਾ ਕੋਈ ਉੱਤਰ ਹਜੇ ਸਾਹਮਣੇ ਨਹੀਂ ਆਇਆ। ਉਹਨਾਂ ਲੋਕਾਂ ਦੀ ਮਰਜ਼ੀ ਉਹ ਤਾਂ ਵੋਟ ਰਾਹੀਂ ਹੀ ਦਿਸ ਸਕਦੀ ਹੈ, ਉਹ ਤਾਂ ਵੋਟ ਰਾਹੀਂ ਹੀ ਜ਼ਾਹਰ ਹੋ ਸਕਦੀ ਹੈ। ਸੋ ਉੱਥੇ ਚੋਣ ਕਰਾਉਣੀ, ਤੁਰੰਤ ਚੋਣ ਕਰਾਉਣੀ, ਜੇ ਕੇਂਦਰ ਉੱਥੇ ਸ਼ਾਂਤੀ ਮੰਨਦਾ ਹੈ, ਵਿਕਾਸ ਮੰਨਦਾ ਹੈ, ਸਾਰਾ ਕੁਝ ਮੰਨਦਾ ਹੈ, ਤਾਂ ਫਿਰ ਉੱਥੋਂ ਦੇ ਲੋਕਾਂ ਨੂੰ ਡੈਮੋਕ੍ਰੈਟਿਕ ਹੱਕ ਦੇ ਕੇ ਇੱਕ ਵਾਰੀ ਉਹਨਾਂ ਨੂੰ ਆਪਣੇ ਫੈਸਲੇ ਆਪ ਕਰਨ ਵਾਲੇ ਲੋਕ ਚੁਣ ਦੇਣੇ ਚਾਹੀਦੇ ਆ। ਫਿਰ ਹੀ ਸਹੀ ਤਸਵੀਰ ਕੇਂਦਰ ਪੇਸ਼ ਕਰ ਰਿਹਾ ਹੋਊਗਾ। ਭਾਸਕਰ ਸਾਹਿਬ, ਆਖਰ ਦੇ ਵਿੱਚ, ਔਰ ਆਖਰ ਸਿਰਫ ਤੁਹਾਡੇ ਤੋਂ ਮੈਂ ਲੈ ਰਿਹਾ, ਇਸ ਤੋਂ ਅੱਗੇ ਨਹੀਂ ਵਧ ਰਹੇ ਆਪਾਂ, ਉਹ ਇਹ ਹੈ ਕੇਂਦਰੀ ਰਾਜਨੀਤੀ। ਔਰ ਕੇਂਦਰੀ ਰਾਜਨੀਤੀ ਦੇ ਵਿੱਚ ਕਾਫੀ ਉਲਟ ਫੇਰ ਨੇ। ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ, ਭਾਵੇਂ ਤਿਥ ਤਰੀਕ ਫਾਈਨਲ ਨਹੀਂ ਕੀਤੀ ਗਈ, ਪਰ ਚਿਰਾਗ ਪਾਸਵਾਨ ਨੂੰ ਕੇਂਦਰੀ ਮੰਤਰੀ ਮੰਡਲ 'ਚ ਜਗ੍ਹਾ ਦੇਣ ਦੀ ਗੱਲ ਲਗਭਗ ਫਾਈਨਲ ਹੋ ਗਈ ਹੈ। ਔਰ ਸ਼ਿੰਦੇ ਗਰੁੱਪ ਸ਼ਿਵ ਸੈਨਾ ਵਾਲਾ, ਉਹਦੇ ਵੀ ਕੁਝ ਬੰਦੇ ਸ਼ਾਮਲ ਹੋ ਸਕਦੇ ਆ। ਔਰ NCP ਅਜੀਤ ਪਵਾਰ ਧੜਾ, ਉਹ ਵੀ, ਔਰ 18 ਦੀ ਮੀਟਿੰਗ ਵੀ ਆ। ਉਧਰ ਅੱਗੇ ਜਾ ਕੇ ਕੁਝ ਅਰਸੇ ਬਾਅਦ ਜਿਹੜੇ ਮੋਦੀ ਸਾਹਿਬ ਔਰ ਸ਼ਰਦ ਪਵਾਰ ਮੰਚ ਸਾਂਝਾ ਵੀ ਕਰਨਗੇ। ਦਿਲ ਧੱਕ ਧੱਕ ਤਾਂ ਕਰਦਾ ਹੋਊਗਾ ਸ਼ਿੰਦੇ ਸਾਹਿਬ ਦਾ, ਅਜੀਤ ਪਵਾਰ ਦਾ। ਅਜੀਤ ਪਵਾਰ ਗੇਮ ਪਤਾ ਨਹੀਂ ਉਹ ਹੁਣ ਸ਼ਰਦ ਪਵਾਰ ਸਾਹਿਬ ਦੀ ਖੇਡ ਰਿਹਾ ਕਿ ਆਪਣੀ ਖੇਡ ਰਿਹਾ। ਜਿੱਦਾਂ ਦੀ ਲੜਾਈ ਚੱਲ ਰਹੀ, ਲੱਗਦਾ ਤਾਂ ਨਹੀਂ ਵੀ ਰਲ ਕੇ ਖੇਡੀ ਜਾ ਰਹੀ ਹੈ, ਪਰ
ਸ਼ਿਵ ਸੈਨਾ ਦੇ ਮੁਖੀ ਉਧਮ ਠਾਕਰੇ ਦਾ ਵੀ ਦਿਲ ਧੱਕ ਧੱਕ ਕਰੂਗਾ, ਤੇ ਕਾਂਗਰਸੀ ਵੀ ਸੋਚਦੇ ਹੋਣਗੇ ਵੀ ਇਹ ਬੁੱਢਾ ਭਲਵਾਨ ਪਤਾ ਨਹੀਂ ਹੁਣ ਕਿਹੜੀ ਨਵੀਂ ਚਾਲ ਚੱਲ ਜਾਊਗਾ। ਇਹ ਸਾਰੀਆਂ ਗੱਲਾਂ ਥੋੜੀਆਂ ਜਿਹਾ ਅੱਗੇ ਵਧਾ ਦਿਓ। ਜੁਲਾਈ 18 ਨੂੰ ਐਨਡੀਏ ਦੀ ਮੀਟਿੰਗ ਹੈ। 25 ਸਾਲ ਹੋ ਗਏ 1998 ਦੇ ਵਿੱਚ ਐਨਡੀਏ ਬਣਿਆ ਸੀ। ਤਦ ਉਹਦੇ ਵਿੱਚ 20 ਪੋਲੀਟੀਕਲ ਪਾਰਟੀਆਂ ਮੈਂਬਰ ਹੁੰਦੀ ਸੀਗੀ। ਹੁਣ ਕਿੰਨੀਆਂ ਹੋਣਗੀਆਂ? ਇਹ 20 ਤੋਂ ਸੰਖਿਆ ਵੱਧ ਜਾਏਗੀ, ਕਿਉਂਕਿ ਸ਼ਿਵ ਸੈਨਾ ਦੀ ਭਾਵੇਂ ਉਧਮ ਠਾਕਰੇ ਉਹਨਾਂ ਵਾਲੀ ਸ਼ਿਵ ਸੈਨਾ ਹੁਣ ਫਰੇਮ ਦੇ ਵਿੱਚ ਨਹੀਂ ਹੋਏਗੀ, ਪਰ ਏਕਨਾਥ ਸ਼ਿੰਡੇ ਹੋਣਗੇ ਉਹਨਾਂ ਦੀ ਜਗ੍ਹਾ ਪਰ ਫਿਲ ਕਰਨ ਵਾਸਤੇ। ਐਨਸੀਪੀ ਦੇ ਨਵੇਂ ਅਜੀਤ ਪਵਾਰ ਵੀ ਹੋਣਗੇ ਉਸ ਫਰੇਮ ਦੇ ਵਿੱਚ। ਚਿਰਾਗ ਪਾਸਵਾਨ ਦਾ ਵੀ ਹੋਣਾ ਲਗਭਗ ਤੈਅ ਵੇ, ਪਰ ਉਸ ਫਰੇਮ ਦੇ ਵਿੱਚ ਚਿਰਾਗ ਪਾਸਵਾਨ ਦੇ ਅੰਕਲ ਜਿਹੜੇ ਪਾਰਸ, ਪਸ਼ੂਪਤੀ ਕੁਮਾਰ ਪਾਰਸ, ਜਿਨ੍ਹਾਂ ਨੂੰ ਮੰਤਰੀ ਬਣਾਇਆ ਸੀ ਕੇਂਦਰ ਦੇ ਵਿੱਚ, ਉਹਨਾਂ ਦਾ ਕੀ ਬਣੂਗਾ? ਇਹਦੇ ਉੱਤੇ ਹਜੇ ਤੱਕ ਬੀਜੇਪੀ ਨੇ ਸਥਿਤੀ ਸਾਫ਼ ਨਹੀਂ ਕੀਤੀ। ਟੀਡੀਪੀ ਨੂੰ ਲੈ ਕੇ ਵੀ ਹਜੇ ਵੀ ਸੰਭਾਵਨਾਵਾਂ ਥੋੜੀ ਇੱਧਰ ਉੱਧਰ ਹੀ ਹੈਗੀ ਨੇ, ਕਾਰਨ ਕਿ ਟੀਡੀਪੀ ਦੀ ਵਿਰੋਧੀ ਪਾਰਟੀ ਵਾਈਐਸਆਰ ਦੀ ਜਗਨ ਰੈਡੀ, ਉਹ ਵੀ ਬੀਜੇਪੀ ਦੇ ਨਾਲ ਪਿੰਗਾ ਵਧਾ ਰਹੇ ਨੇ। ਹੁਣ ਦੋਨੋਂ ਜਿਹੜੇ ਟੀਡੀਪੀ ਔਰ ਵਾਈਐਸਆਰ, ਦੋਨਾਂ ਵਿੱਚੋਂ ਕਿਹੜੀ ਪਾਰਟੀ ਐਨਡੀਏ ਦੇ ਫਰੇਮ ਦੇ ਵਿੱਚ ਆਉਂਦੀ ਹੈ, ਇਹ ਖਾਸ ਕਰਕੇ ਜੁਲਾਈ 18 ਨੂੰ ਤੇ ਇਹ ਗੱਲ ਸਾਫ਼ ਨਹੀਂ ਹੋ ਪਾਏਗੀ। ਹੁਣ ਉਸ ਤੋਂ ਇਲਾਵਾ ਜਤਿਨ ਮਾਂਝੀ, ਉਹ ਜ਼ਰੂਰ ਇਸ ਫਰੇਮ ਦੇ ਵਿੱਚ ਦੇਖੇ ਜਾਣਗੇ। ਪਰ ਅਕਾਲੀ ਦਲ ਦੀ ਜਿਹੜੀ ਸੰਭਾਵਨਾ 3-4 ਦਿਨ ਪਹਿਲੇ ਬਿਲਕੁਲ ਸਿਖਰ ਤੇ ਸੀ, ਹੁਣ ਬਿਲਕੁਲ ਕੋਈ ਗੱਲ ਹੀ ਨਹੀਂ ਕਰ ਰਿਹਾ ਕਿ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਅਲਾਇੰਸ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਹ ਮੰਨ ਕੇ ਚੱਲ ਰਹੇ ਨੇ ਕਿ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਫਿਲਹਾਲ ਅਲਾਇੰਸ ਨਹੀਂ ਹੋ ਰਿਹਾ। 2024 ਤੋਂ ਪਹਿਲੇ ਫੇਰ ਕੋਈ ਇਸ ਤਰ੍ਹਾਂ ਦੀ ਖਬਰਾਂ ਛਪਦੀਆਂ ਤੇ ਫੇਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਉਹ ਵੱਖਰੀ ਗੱਲ ਹੈਗੀ ਹੈ। ਪਰ ਹਾਂ, ਉਸ ਦਿਨ ਜੁਲਾਈ 18 ਨੂੰ ਜਦ ਦਿੱਲੀ ਦੇ ਵਿੱਚ ਐਨਡੀਏ ਦੀ ਮੀਟਿੰਗ ਹੋ ਰਹੀ ਹੋਏਗੀ ਤੇ ਬੈਂਗਲੁਰੂ ਦੇ ਵਿੱਚ ਆਪੋਜੀਸ਼ਨ ਪਾਰਟੀ ਵੀ ਇਕੱਠੀ ਹੋ ਰਹੀ ਹੋਗੀ। ਉਹਨਾਂ ਵਿੱਚੋਂ ਜਿਹੜੀ 15 ਪਾਰਟੀਆਂ ਜੂਨ 23 ਤੇ ਗਈ ਸੀ, ਉਹ ਘੱਟ ਹੁੰਦੀ ਹੈ ਜਾਂ ਫਿਰ ਉਹ ਵੱਧ ਹੁੰਦੀ ਹੈ। ਉਹਨਾਂ ਵਿੱਚੋਂ 2-3, ਜਿੱਦਾਂ ਆਮ ਆਦਮੀ ਪਾਰਟੀ ਨੇ ਤਾਂ ਪਹਿਲੇ ਹੀ ਕਹਿਤਾ ਕਿ ਅਗਰ ਕਾਂਗਰਸ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਆਪਣਾ ਸਟੈਂਡ ਕਲੀਅਰ ਨਹੀਂ ਕਰੇਗੀ ਤੇ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਜਾਣਗੇ। ਔਰ ਉਸ ਤੋਂ ਇਲਾਵਾ ਬੀਆਰਐਸ ਜਿਹੜੇ ਤੇਲੰਗਾਨਾ ਦੇ ਹੈਗੇ ਨੇ, ਉਹਨਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਜਾਣ ਤੋਂ ਸਾਫ਼ ਮਨਾ ਕਰਤਾ, ਨਹੀਂ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਆ, ਅਸੀਂ ਵੈਲਫੇਅਰ ਸਕੀਮਸ ਦੇ ਨਾਲ ਜਾਵਾਂਗੇ। ਇਹ ਹੁਣ ਦੋਨੋਂ ਤਰਫ ਇੱਕ ਫਰੇਮ ਤਿਆਰ ਹੋ ਰਹੇ ਹੋਣਗੇ, ਕਿਹਦਾ ਫਰੇਮ ਵੱਡਾ ਤੇ ਕਿਹਦਾ ਛੋਟਾ। ਇਸ ਗੱਲ ਦੇ ਉੱਤੇ ਵੀ ਭਾਰਤ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਜੋ ਰਾਜਨੀਤੀ ਹੋਣੀ ਹੈ, ਕੌਣ ਕਿਹਦੀ ਟੀਮ ਦੇ ਵਿੱਚ, ਇਹ ਸਾਰੀ ਗੱਲਾਂ ਤੈਅ ਜੁਲਾਈ 18 ਨੂੰ ਤੇ ਨਹੀਂ ਹੋਣਗੀਆਂ, ਪਰ ਇੱਕ ਫਰੇਮ ਜ਼ਰੂਰ ਤਿਆਰ ਹੋ ਜਾਏ। ਇੰਦਰਪ੍ਰੀਤ ਜੀ, ਕਿਉਂਕਿ ਆਪਾਂ ਫੈਸਲਾ ਕੀਤਾ ਸੀ ਵੀ ਗੱਲ ਖਤਮ ਕਰ ਰਹੇ ਹਾਂ, ਪਰ ਮੈਨੂੰ ਗੱਲ ਯਾਦ ਆ ਗਈ ਗੈਰ ਰਸਮੀ ਜਿਹੜੀ ਤੁਸੀਂ ਕਰ ਰਹੇ ਸੀ ਵੀ ਅਕਾਲੀ ਦਲ ਨੂੰ ਆਫਰ ਜ਼ਰੂਰ ਸੀਗੀ, ਬਟ ਹੁਣ ਆਣ ਕੇ ਲਗਭਗ ਗੱਲਬਾਤ ਟੁੱਟ ਚੁੱਕੀ ਹੈ। ਹਰਿੰਦਰ ਸਾਹਿਬ, ਇਹ ਚੱਲ ਰਹੀਆਂ ਸੀ ਗੱਲਾਂ ਕਿ ਐਨਡੀਏ ਦੇ ਵਿੱਚ ਘੱਟੋ ਘੱਟ ਉਸ ਪਾਰਟੀ ਨੂੰ ਤਾਂ ਦੁਬਾਰਾ ਜ਼ਰੂਰ ਸ਼ਾਮਲ ਕੀਤਾ ਜਾਏ ਜਿਹਦੇ ਕਰਕੇ ਐਨਡੀਏ ਬਣਿਆ ਸੀਗਾ। ਤੁਹਾਨੂੰ ਯਾਦ ਹੋਊਗਾ 1998 ਦੇ ਵਿੱਚ ਜਦੋਂ ਬੀਜੇਪੀ ਨੂੰ ਕੋਈ ਵੀ ਪਾਰਟੀ ਸਪੋਰਟ ਨਹੀਂ ਸੀ ਦੇਣਾ ਚਾਹੁੰਦੀ, ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੁੱਲੇ ਤੌਰ ਤੇ ਆਫਰ ਅਟਲ ਬਿਹਾਰੀ ਵਾਜਪਾਈ ਨੂੰ ਦਿੱਤਾ ਸੀਗਾ ਕਿ ਉਹ ਉਹਨਾਂ ਦੇ ਨਾਲ, ਦੇਖੋ ਇਹ ਮਜਬੂਰੀ ਵੀ ਹੋ ਸਕਦੀ ਹੈ ਅਕਾਲੀ ਦਲ ਦੀ, ਕਿਉਂਕਿ ਅਕਾਲੀ ਦਲ ਇੱਥੇ ਕਾਂਗਰਸ ਨਾਲ ਲੜਦਾ ਹੈ ਸਿੱਧੇ ਤੌਰ ਤੇ ਹੁਣ ਜੇ ਅਕਾਲੀ ਦਲ ਐਨਡੀਏ ਤੋਂ ਵੀ ਬਾਹਰ ਹੈ ਔਰ ਯੂਪੀਏ ਤੋਂ ਵੀ ਬਾਹਰ ਹੈ ਤਾਂ ਉਹਦੀ ਸਥਿਤੀ ਵੀ ਬੜੀ ਅਜੀਬ ਜੀ ਹੋਏਗੀ। ਫਿਰ ਉਹ ਜਾਏਗਾ ਕਿਹਦੇ ਨਾਲ? ਕੀ ਲੋਕ ਸਭਾ ਯਾਨੀ ਕੇਂਦਰੀ ਰਾਜਨੀਤੀ ਦੇ ਵਿੱਚ ਕੀ ਉਹ ਇਕੱਲਾ ਲੜੇਗਾ? ਇਹ ਇੱਕ ਇੰਪੋਰਟੈਂਟ ਹੈ। ਤੇ ਉਸ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਉੱਥੇ ਲੈ ਕੇ ਆਉਣ ਦੀ ਗੱਲ ਜ਼ਰੂਰ ਚੱਲ ਰਹੀ ਸੀ। 2-3 ਮੀਟਿੰਗਸ ਵੀ ਹੋਈਆਂ, ਲੇਕਿਨ ਮੈਨੂੰ ਲੱਗਦਾ ਕਿ ਥੱਲੋਂ ਜਿਹੜਾ ਅਕਾਲੀ ਦਲ ਦਾ ਕਾਡਰ ਦਾ ਪ੍ਰੈਸ਼ਰ ਜ਼ਿਆਦਾ ਹੈ ਕਿ ਅਸੀਂ ਭਾਜਪਾ ਨਾਲ ਨਹੀਂ ਜਾਣਾ, ਇੰਡੀਪੈਂਡੈਂਟ ਆਪਣੀ ਹੋਂਦ ਬਣਾਉਣੀ ਹੈ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਫੈਸਲੇ ਨੇ ਜਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੋਂ ਬਿਲਕੁਲ ਡਿਫਰੈਂਟ ਨੇ, ਅਸੀਂ ਉਹਨਾਂ ਨਾਲ ਨਹੀਂ ਚੱਲ ਪਾਵਾਂਗੇ। ਖਾਸ ਤੌਰ ਤੇ ਜਿਵੇਂ ਹੁਣ ਜੇ ਯੂਸੀਸੀ ਦਾ ਹੀ ਸਮਝੋ ਮਾਮਲਾ ਆਉਂਦਾ ਹੈ, ਯੂਸੀਸੀ ਤੇ ਕੀ ਸਟੈਂਡ ਰਹੇਗਾ ਅਕਾਲੀ ਦਲ ਦਾ? ਕਿ ਉਹ ਭਾਜਪਾ ਦਾ ਸਾਥ ਦੇਣਗੇ? ਪਹਿਲਾਂ ਹੀ ਉਹ 370 ਦੇ ਵਿੱਚ ਸਾਥ ਦੇ ਕੇ ਜਿਹੜਾ ਹੈਗਾ ਜਾਂ ਚੁੱਪ ਰੱਖ ਕੇ ਇੱਕ ਮੂਕ ਸਮਰਥਨ ਉਹਨਾਂ ਨੂੰ ਦੇ ਚੁੱਕਿਆ ਹੈ। ਤਾਂ ਇਦਾਂ ਦੀਆਂ ਕਈ ਇਸ਼ੂਜ਼ ਹੈਗੇ ਨੇ, ਮੈਨੂੰ ਲੱਗਦਾ ਜਿੱਥੇ ਉਹਨਾਂ ਨੂੰ ਬੀਜੇਪੀ ਨਾਲ ਚੱਲਣਾ ਬਹੁਤ ਔਖਾ ਹੋਏਗਾ। ਸੋ ਇਸ ਕਰਕੇ ਅਕਾਲੀ ਦਲ ਸ਼ਾਇਦ ਮੈਨੂੰ ਲੱਗਦਾ ਕਿ ਨਹੀਂ ਜਾਏਗਾ। ਹਾਂ, ਇਹ ਹੋ ਸਕਦਾ ਸੀ ਜਿਵੇਂ ਸ਼ਿੰਦੇ ਹੋਰਾਂ ਦਾ ਇੱਕ ਟੁੱਟਿਆ ਹੋਇਆ ਗਰੁੱਪ, ਸ਼ਿਵ ਸੈਨਾ ਦਾ ਟੁੱਟਿਆ ਹੋਇਆ ਗਰੁੱਪ ਜਿਹੜਾ ਸ਼ਿੰਦੇ ਹੈ ਉਹ ਜਾ ਰਿਹਾ ਹੈ, ਜਾਂ ਐਨਸੀਪੀ ਦਾ ਟੁੱਟਿਆ ਹੋਇਆ ਗਰੁੱਪ ਜਿਹੜਾ ਅਜੀਤ ਪਵਾਰ ਦਾ ਉਹ ਜਾ ਰਿਹਾ। ਇਸੇ ਤਰ੍ਹਾਂ ਅਕਾਲੀ ਦਲ ਦਾ ਟੁੱਟਿਆ ਹੋਇਆ ਗਰੁੱਪ ਜਿਹੜਾ ਢੀਂਡਸਾ ਸਾਹਿਬ ਦਾ ਹੈਗਾ, ਉਹਨਾਂ ਨੂੰ ਵੀ ਤਾਂ ਆਫਰ ਦਿੱਤੀ ਜਾ ਸਕਦੀ ਸੀ ਵੀ ਚਲੋ ਅਕਾਲੀ ਦਲ ਦੀ ਵੀ ਇੱਕ ਉਧਰ ਪ੍ਰੈਜ਼ੈਂਸ ਲਗਵਾ ਲਈ ਜਾਏ, ਚਾਹੇ ਉਹ ਜਿਹੜਾ ਇੱਕ ਟੁੱਟਿਆ ਹੋਇਆ ਗਰੁੱਪ ਰਾਹੀਂ ਹੀ ਲਵਾਈ ਜਾਏ। ਸੋ ਹਜੇ ਤੱਕ ਮੈਨੂੰ ਲੱਗਦਾ ਉਹਨਾਂ ਨੂੰ ਵੀ ਆਫਰ ਹੋਈ ਨਹੀਂ ਹੈ। ਪਰ ਮੈਂ ਇਸ ਗੱਲ ਤੋਂ ਬੜਾ ਨਿਸ਼ਚਿਤ ਹਾਂ ਕਿ ਅਗਰ ਇਹ ਚੀਜ਼ਾਂ ਨਹੀਂ ਦਿਖਦੇ, ਕੱਲ ਮੈਂ ਇੱਕ ਸਟੇਟਮੈਂਟ ਸੁਖਦੇਵ ਸਿੰਘ ਢੀਂਡਸਾ ਸਾਹਿਬ ਹੋਰਾਂ ਦੀ ਸੁਣ ਰਿਹਾ ਸੀ,
ਬੜੀ ਇੰਪੋਰਟੈਂਟ ਸੀ, ਉਹ ਇੱਥੇ ਗੱਲ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਇਸ ਸੰਦਰਭ ਦੇ ਵਿੱਚ ਹੀ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਨਾਲ ਆਪਣੀਆਂ ਦੁਬਾਰਾ ਗਠਬੰਧਨ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ। ਉਹ ਇਸ ਕਰਕੇ ਕਰ ਰਿਹਾ ਹੈ ਕਿ ਅਕਾਲੀ ਦਲ ਦੇ ਬਹੁਤ ਸਾਰੇ ਸੀਨੀਅਰ ਲੀਡਰ ਜਿਹੜੇ ਹੈਗੇ ਆ, ਉਹ ਅਗਰ ਇਸ ਤਰ੍ਹਾਂ ਦਾ ਨਹੀਂ ਕਰਦੇ ਤਾਂ ਉਹ ਟੁੱਟ ਕੇ ਦੂਸਰੀ ਪਾਰਟੀਆਂ 'ਚ ਚਲੇ ਜਾਣਗੇ। ਇਸ ਗੱਲ ਦਾ ਡਰ ਸੁਖਬੀਰ ਬਾਦਲ ਹੋਰਾਂ ਨੂੰ ਸਤਾ ਰਿਹਾ ਹੈ। ਦੇਖੋ ਹਜੇ ਤੱਕ ਢੀਂਡਸਾ ਸਾਹਿਬ ਦੇ ਇਸ ਆਰੋਪ ਦਾ ਅਕਾਲੀ ਦਲ ਵੱਲੋਂ ਕੋਈ ਜਵਾਬ ਨਹੀਂ ਆਇਆ। ਹੋ ਸਕਦਾ ਅੱਜ ਕੱਲ੍ਹ 'ਚ ਉਹਨਾਂ ਦਾ ਜਵਾਬ ਆਏ, ਪਰ ਇਹ ਇੰਟਰਸਟਿੰਗ ਪਾਰਟ ਹੋਊਗਾ ਕਿ ਅਗਰ ਇਹ ਸਮਝੌਤਾ ਨਹੀਂ ਹੁੰਦਾ ਅਕਾਲੀ ਦਲ ਤੇ ਬੀਜੇਪੀ ਦਾ, ਤਾਂ ਕੀ ਅਕਾਲੀ ਦਲ ਦੇ ਵਿੱਚ ਫਿਰ ਵੱਡੀ ਟੁੱਟ ਹੋਣੀ ਹੈ ਜਾਂ ਹੋਏਗੀ। ਇਹ ਕਾਫੀ ਅਹਿਮ ਮਾਮਲਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੇ ਪੈਰਾਂ ਥੱਲਿਓਂ ਜ਼ਮੀਨ ਕੱਢਣ ਦੀ ਭਾਜਪਾ ਦੀ ਨੀਤੀ ਹੋਈ ਤਾਂ ਫਿਰ ਉਹ ਭਾਵੇਂ ਤਸਵੀਰ ਮਾਤਰ ਹੀ ਸੁਖਦੇਵ ਸਿੰਘ ਢੀਂਡਸਾ ਨੂੰ ਸੱਦ ਲੈਣ, ਕੋਈ ਵੱਡੀ ਗੱਲ ਨਹੀਂ ਕਿ ਇੱਕ ਭਾਈਵਾਲ ਪੰਜਾਬ ਤੋਂ ਉਹ ਦਿਖਾਉਣਾ ਚਾਹਣ। ਪਰ ਤੁਹਾਡੀ ਗੱਲ ਇਹ ਬਹੁਤ ਵਜਨਦਾਰ ਹੈ। ਢੀਂਡਸਾ ਸਾਹਿਬ ਦਾ ਇਹ ਬਿਆਨ ਬਹੁਤ ਅਹਿਮ ਆ ਕਿ ਸੱਚਮੁੱਚ ਜਿਹੜੇ ਅਕਾਲੀ ਬੀਜੇਪੀ 'ਚ ਜਾਣਾ ਚਾਹ ਰਹੇ ਆ, ਕਿਉਂਕਿ ਕਾਂਗਰਸ ਦੇ ਵਿੱਚ ਗਏ ਕਿਸੇ ਵੀ ਅਕਾਲੀ ਦੀ, ਕਿਉਂਕਿ ਹੁਣ ਸੱਤਾ ਤਾਂ ਉੱਥੇ ਹੈ ਨਹੀਂ, ਉਹ ਕਿਉਂ ਜਾਣਗੇ ਆਪਣੀ ਪਾਰਟੀ ਨੂੰ ਛੱਡ ਕੇ ਆਪਣੇ ਵਰਗੀ ਪਾਰਟੀ 'ਚ ਕਿਉਂ ਜਾਣਗੇ। ਜਾਂ ਤਾਂ ਜੇ ਕਿਸੇ ਲੀਡਰ ਨੇ ਅੱਜ ਦੇ ਦਿਨ 'ਚ ਜਾਣਾ ਹੋਵੇ ਉਹ ਆਮ ਆਦਮੀ ਪਾਰਟੀ 'ਚ ਜਾਂਦਾ ਤੇ ਜਾਂ ਫਿਰ ਉਹ ਜਾਂਦਾ ਬੀਜੇਪੀ 'ਚ। ਸੋ ਆਮ ਆਦਮੀ ਪਾਰਟੀ ਵਾਲੇ ਬਹੁਤੇ ਰੁਚਿਤ ਨਹੀਂ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਲੈਣ ਲਈ। ਜਿਹੜੀ ਉਹਨਾਂ ਦੀ ਅਪਰੋਚ ਹੈ, ਜਿਹੜੀ ਗੈਰ ਰਸਮੀ ਗੱਲਬਾਤ ਦੇ ਵਿੱਚ ਪਤਾ ਲੱਗਦੀ ਰਹਿੰਦੀ ਹੈ। ਤੇ ਜੇ ਬੀਜੇਪੀ ਲੈਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਕੋਲ ਕਾਫੀ ਸਪੇਸ ਖਾਲੀ ਹੈ, ਤਾਂ ਅਕਾਲੀ ਦਲ ਦਾ ਇਹ ਡਰ ਕਿ ਅਸੀਂ ਤਾਂ ਸਮਝੌਤਾ ਕਰ ਹੀ ਲੈਣਾ, ਤੇ ਜਦੋਂ ਸਾਡਾ ਸਮਝੌਤਾ ਹੋ ਗਿਆ ਜਿਹੜਾ ਸਾਡੇ ਕੋਲ ਟੁੱਟ ਕੇ ਗਿਆ ਤੇ ਉਹਨੂੰ ਤੇ ਅਸੀਂ ਰਗੜਾਂਗੇ ਉੱਥੇ, ਕਿਉਂਕਿ ਫਿਰ ਅਸੀਂ ਸ਼ਰਤ ਲਾਵਾਂਗੇ ਵੀ ਫਲਾਣੇ ਬੰਦੇ ਨੂੰ ਜਿਹੜਾ ਸਾਨੂੰ ਛੱਡ ਕੇ ਤੁਹਾਡੇ ਵੱਲ ਆਇਆ ਅਸੀਂ ਇਹਨੂੰ ਟਿਕਟ ਨਹੀਂ ਜੇ ਲੈਣ ਦੇਣੀ। ਸੋ ਇਹ ਅਕਾਲੀ ਲੀਡਰਸ਼ਿਪ ਦੇ ਅੰਦਰ ਖੌਫ ਤਾਂ ਹੋਊਗਾ ਕਿ ਨਹੀਂ ਛੱਡ ਕੇ ਜਾਣਾ ਮਤਾ, ਫਿਰ ਸਮਝੌਤਾ ਹੋਊਗਾ ਤੇ ਸਾਡਾ ਕੀ ਬਣੂਗਾ। ਤੁਹਾਡੀ ਗੱਲ ਠੀਕ ਹੈ, ਢੀਂਡਸਾ ਨੇ ਤੀਰ ਬਹੁਤ ਟਿਕਾਣੇ ਮਾਰਿਆ, ਹੁਣ ਉਹਦਾ ਅਸਰ ਹੁੰਦਾ ਕਿ ਨਹੀਂ ਹੁੰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।